ਗੁਰੂ ਰੂਪ ਸਾਧ ਸੰਗਤ ਜੀਓ। ਸਭ ਤੋਂ ਪਹਿਲਾਂ ਅਕਾਲ ਚਰਨ ਦੇ ਸਰੋਤਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਨਿਮਾਣਾ ਦਾਸਰਾ ਪ੍ਰੋਫੈਸਰ ਸੁਰਿੰਦਰ ਸਿੰਘ ਫਤਿਹ ਅਰਜ਼ ਕਰਦਾ ਹੈ। ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੀ ਹੈ ਕਿ ਹਰ ਸ਼ਨੀਵਾਰ 3 ਤੋਂ 4 ਦੇ ਦੌਰਾਨ ਜੋ ਕਿ ਇਹ ਪ੍ਰੋਗਰਾਮ ਆਪ ਜੀ ਵਾਸਤੇ ਲਾਈਵ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ ਅਕਾਲ ਚੈਨਲ ਤੋਂ, ਔਰ ਜਿਸ ਦਾ ਨਾਮ ਹੈ ਸਾਂਝੇ ਮਸਲੇ। ਔਰ ਆਪ ਜੀ ਨੂੰ ਵੀ ਪਤਾ ਹੈ ਕਿ ਹਰ ਸ਼ਨੀਵਾਰ ਨੂੰ ਜਦੋਂ ਵੀ ਇਹ ਪ੍ਰੋਗਰਾਮ ਅਸੀਂ ਲਾਈਵ ਕਰਦੇ ਹਾਂ ਤਾਂ ਪੰਥ ਦੇ ਸਿਰਮੌਰ ਜੋ ਕਿ ਵਿਦਵਾਨ ਨੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਲਿਆ ਕੇ ਉਹਨਾਂ ਦੀਆਂ ਵਿਚਾਰਾਂ ਆਪ ਤੱਕ ਸਾਂਝੀਆਂ ਕੀਤੀਆਂ ਜਾਣ ਔਰ ਕੋਈ ਐਸੀ ਗੱਲ ਕੀਤੀ ਜਾਵੇ ਜਿਹੜੀ ਆਪ ਤੱਕ ਪਹੁੰਚਾਈ ਜਾਵੇ। ਹੋ ਸਕਦਾ ਕਿ ਕਈ ਮੇਰੇ ਵੀਰਾਂ ਭੈਣਾਂ ਭਾਈਆਂ ਨੂੰ ਉਸ ਗੱਲ ਦਾ ਇਲਮ ਨਾ ਹੋਵੇ, ਤੇ ਇੱਕ ਅਵੇਅਰਨੈਸ ਦੇ ਤੌਰ ਤੇ ਕਹਿ ਲਓ, ਤੇ ਜਾਂ ਜਾਣਕਾਰੀ ਦੇ ਤੌਰ ਤੇ ਲੈ ਲਓ, ਜਾਂ ਸਾਂਝ ਦੇ ਤੌਰ ਤੇ ਲੈ ਲਓ ਕਿ ਅਸੀਂ ਇੱਕ ਦੂਜੇ ਨਾਲ ਸਾਂਝ ਐਸੀ ਪੈਦਾ ਕਰਦੇ ਹਾਂ ਕਿ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਅਕਾਲ ਚਰਨ ਤੋਂ ਕੋਈ ਨਵੀਂ ਅਤੇ ਨਵੇਕਲੀ ਤੇ ਨਿਖੜਵੀਂ ਗੱਲ ਕੀਤੀ ਜਾਵੇ। ਸੋ ਅੱਜ ਦੇ ਇਸ ਐਪੀਸੋਡ ਵਿੱਚ ਜਿੱਥੇ ਮੈਂ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਰਮਿੰਘਮ ਸਟੂਡੀਓ ਤੋਂ, ਜਿੱਥੇ ਆਪ ਸਭ ਦਾ ਨਿੱਘਾ ਸਵਾਗਤ ਕਰਦਾ ਹਾਂ, ਜੀ ਆਖਦਾ ਹਾਂ। ਤੇ ਅੱਜ ਨਾਲ ਮੈਨੂੰ ਇਹ ਦੱਸਣ ਵਿੱਚ ਬਹੁਤ ਇੱਕ ਮਾਣ ਮਹਿਸੂਸ ਹੋ ਰਿਹਾ, ਫਖਰ ਮਹਿਸੂਸ ਕਰਾਂਗਾ ਕਿ ਸਾਡੇ ਸਟੂਡੀਓ ਵਿੱਚ ਇੱਕ ਐਸੀ ਪੰਥ ਦੀ ਮਹਾਨ ਸ਼ਖਸੀਅਤ, ਸਿਰਮੌਰ ਸ਼ਖਸੀਅਤ ਇਸ ਵੇਲੇ ਸਾਡੇ ਸਨਮੁਖ ਸਟੂਡੀਓ ਵਿੱਚ ਹਾਜ਼ਰ ਹੈ। ਆਪਾਂ ਉਹਨਾਂ ਨਾਲ ਵੀ ਗੱਲਬਾਤ ਸਾਂਝੀ ਕਰਾਂਗੇ, ਤੁਹਾਡੇ ਰੂਬਰੂ ਕਰਾਵਾਂਗੇ, ਔਰ ਮੈਂ ਥੋੜ੍ਹਾ ਜਿਹਾ ਇਹਨਾਂ ਬਾਰੇ ਦੱਸਦਾ ਜਾਵਾਂ ਕਿ ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਗੁਰਮਤਿ ਸੰਗੀਤ ਵਿੱਚ ਬਹੁਤ ਮੁਹਾਰਤ ਹਾਸਲ ਕੀਤੀ, ਬਹੁਤ ਹੀ ਡੂੰਘੀ ਪੜਚੋਲ ਕਰਕੇ, ਔਰ ਇਹਨਾਂ ਨੇ ਜੋ ਕਿ ਸੰਗੀਤ ਨੂੰ ਅਪਣਾਇਆ ਔਰ ਖਾਸ ਤੌਰ ਤੇ ਸਾਡੇ ਯੰਗਸਟਰ ਬੱਚਿਆਂ ਨੂੰ ਵੀ ਵੰਡਿਆ ਔਰ ਵੰਡ ਰਹੇ ਨੇ। ਔਰ ਬਹੁਤ ਸਾਰੇ ਜਿਹੜੇ ਸਾਡੇ ਨਾਮੀ ਗ੍ਰਾਮੀ, ਜਿਹਨਾਂ ਨੂੰ ਆਮ ਅਸੀਂ ਕਹਿ ਦਿੰਦੇ ਹਾਂ ਜਿਹੜੇ ਕੀਰਤਨੀਏ ਨੇ, ਉਹ ਵੀ ਇਹਨਾਂ ਦੇ ਸ਼ਾਗਿਰਦ ਨੇ। ਔਰ ਇਹਨਾਂ ਦੀ ਜ਼ਬਾਨੀ ਹੀ ਪੁੱਛਾਂਗੇ ਕਿ ਕਿਹਨਾਂ ਨੇ ਆਪ ਜੀ ਪਾਸੋਂ ਸਿੱਖਿਆ ਹਾਸਲ ਕੀਤੀ, ਔਰ ਹਾਲੇ ਵੀ ਬਹੁਤ ਸਾਰੇ ਦੁਨੀਆ ਭਰ ਵਿੱਚ ਇਹਨਾਂ ਦੇ ਸ਼ਾਗਿਰਦ ਮੌਜੂਦ ਨੇ। ਔਰ ਅੱਜ ਕੱਲ੍ਹ ਇਹ ਭਾਈ ਮਰਦਾਨਾ ਇੰਸਟੀਚਿਊਟ ਆਫ ਮਿਊਜ਼ਿਕ ਜੋ ਕਿ ਕੈਲੀਫੋਰਨੀਆ ਵਿੱਚ ਹੈ, ਉੱਥੇ ਇਹ ਜੋ ਸੰਸਥਾ ਹੈ ਬੜੇ ਪਿਆਰ ਤੇ ਸਤਿਕਾਰ ਤੇ ਸ਼ਰਧਾ ਨਾਲ ਇਹ ਲਾਸ ਐਂਜਲਸ ਵਿੱਚ ਇਹ ਚਲਾ ਰਹੇ ਨੇ। ਔਰ ਇਹਨਾਂ ਨਾਲ ਬਹੁਤ ਸਾਰੇ ਸਾਡੇ ਭਾਈਚਾਰਾ ਜੁੜਿਆ ਹੈ ਜੋ ਕਿ ਉੱਥੇ ਇਹਨਾਂ ਦੇ ਆਸ਼ੀਰਵਾਦ ਥੱਲੇ, ਜਾਂ ਕਹਿ ਲਓ ਇਹਨਾਂ ਦੀ ਸਰਪ੍ਰਸਤੀ ਹੇਠ ਇਹ ਜੋ ਇੰਸਟੀਚਿਊਟ ਚੱਲ ਰਿਹਾ ਹੈ, ਔਰ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਜਿੱਥੇ ਇਹ ਆਪਣੇ ਭਾਈਚਾਰੇ ਵਿੱਚ ਇਹ ਸੰਗੀਤ ਨੂੰ, ਗੁਰਬਤ ਸੰਗੀਤ ਨੂੰ ਵੰਡ ਰਹੇ ਨੇ, ਗੁਰਬਾਣੀ ਦਾ ਪ੍ਰਚਾਰ ਕਰ ਰਹੇ ਨੇ। ਨਾਲ ਮੈਂ ਇਹ ਵੀ ਦੱਸਣ ਵਿੱਚ ਕੋਈ ਸੰਕੇਚ ਨਾ ਕਰਾਂ ਕਿ ਜਿਤਨੇ ਵੀ ਸਾਡੇ ਅਮਰੀਕਨ ਸਿੱਖ ਨੇ ਜੋ ਲਾਸ ਐਂਜਲਸ, ਉਹ ਵੀ ਇਹਨਾਂ ਪਾਸੋਂ ਸੰਗੀਤਕ ਦੀ ਵਿੱਦਿਆ ਹਾਸਲ ਕਰ ਰਹੇ ਨੇ, ਪਹਿਲਾਂ ਵੀ ਕਰ ਰਹੇ ਸੀ ਔਰ ਹੁਣ ਵੀ ਕਰ ਰਹੇ ਨੇ, ਔਰ ਬੜੇ ਹੀ ਪਿਆਰ ਸਤਿਕਾਰ ਨਾਲ ਉਹ ਇਹਨਾਂ ਪਾਸੋਂ ਗੁਰਬਤ ਸੰਗੀਤ ਦੀ ਜੋ ਵਿੱਦਿਆ ਉਹ ਹਾਸਲ ਕਰਕੇ ਬੜਾ ਮਾਣ ਮਹਿਸੂਸ ਕਰ ਰਹੇ ਨੇ। ਸੋ ਮੈਂ ਬਹੁਤਾ ਹੁਣ ਮੈਂ ਸਮਾਂ ਨਾ ਲਵਾਂ, ਬਾਕੀ ਆਪਾਂ ਉਹਨਾਂ ਤੋਂ ਹੀ ਜ਼ਬਾਨੀ ਆਪਾਂ ਹੋਰ ਵਿਚਾਰਾਂ ਅੱਗੇ ਸਾਂਝੀਆਂ ਕਰਾਂਗੇ। ਤੇ ਮੈਂ ਨਾਲ ਦੱਸਦਾ ਜਾਵਾਂ ਕਿ ਸਾਡੇ ਅਕਾਲ ਚੈਨਲ ਦਾ ਜੋ ਨੰਬਰ ਹੈ ਉਹ ਆਵਾਜ਼ ਤੇ ਜੋ ਲਾਈਟਾਂ ਖੋਲ੍ਹ ਦਿੱਤੀਆਂ ਗਈਆਂ, ਨੰਬਰ ਵੀ ਉਹੀ ਹੈ, ਤੇ ਤੁਸੀਂ ਵੀ ਆਪਣੀਆਂ ਵਿਚਾਰਾਂ ਇਹਨਾਂ ਨਾਲ ਸਾਂਝੀਆਂ ਕਰ ਸਕਦੇ ਹੋ, ਜਾਂ ਕੁਛ ਇਹਨਾਂ ਪਾਸੋਂ ਤੁਸੀਂ ਕੁਛ ਹਾਸਲ ਕਰਨਾ ਚਾਹੁੰਦੇ ਹੋ, ਜਾਂ ਇਹਨਾਂ ਦੀ ਵਿਚਾਰ ਤੋਂ ਕੋਈ ਤੁਹਾਨੂੰ ਵਿਚਾਰ ਤੁਹਾਡੇ ਦਿਮਾਗ 'ਚ ਆ ਰਹੀ ਹੈ ਤੇ ਤੁਸੀਂ ਕਲੈਰੀਫਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਟੂਡੀਓ 'ਚ ਆ ਕੇ ਫੋਨ ਕਰਕੇ ਤੇ ਆਪਣੀ ਹਾਜ਼ਰੀ ਲਵਾ ਸਕਦੇ ਹੋ ਤੇ ਸਾਡੇ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਇੰਤਜ਼ਾਰ ਕਰਾਂਗੇ ਆਪ ਜੀ ਦੇ ਫੋਨ ਕਾਲਸ ਦੀ ਵੀ। ਸੋ ਮੈਂ ਹੁਣ ਬਹੁਤਾ ਸਮਾਂ ਆਪਣੇ ਦਰਬਾਰ ਔਰ ਸਾਡੇ ਆਏ ਜੋ ਮਹਿਮਾਨ ਨੇ ਸਟੂਡੀਓ ਹਾਜ਼ਰ ਨੇ ਉਹਨਾਂ ਵਿੱਚ ਮੈਂ ਬਹੁਤਾ ਸਮਾਂ ਲੈਂਦਾ ਹੈ ਉਹਨਾਂ ਦਾ, ਜਿੱਥੇ ਮੈਂ ਅਕਾਲ ਚੈਨਲ ਵੱਲੋਂ ਆਪਣੇ ਵੱਲੋਂ ਸਵਾਗਤ ਕਰਦਾ ਹਾਂ ਆਪ ਸਾਰਿਆਂ ਵੱਲੋਂ, ਬਹੁਤ ਬਹੁਤ ਉਹਨਾਂ ਦਾ ਨਿੱਘਾ ਸਵਾਗਤ ਜੀ ਆਖਦੇ ਹਾਂ। ਔਰ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਨੂੰ ਅੱਗੇ ਵਧਾਈਏ, ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੇ ਵੀਰੋ ਭੈਣੋ ਭਾਈਓ, ਤੁਸੀਂ ਇਹਨਾਂ ਦੇ ਦਰਸ਼ਨ ਹੁਣ ਕੀਤੇ ਨੇ, ਔਰ ਮੈਨੂੰ ਉਮੀਦ ਹੈ ਕਿ ਬਹੁਤ ਸਾਰੇ ਮੇਰੇ ਵੀਰ ਭੈਣ ਭਾਈ ਇਹਨਾਂ ਨੂੰ ਅੱਛੀ ਤਰ੍ਹਾਂ ਜਾਣਦੇ ਨੇ, ਜਾਣਦੇ ਹੀ ਨਹੀਂ ਚੰਗੀ ਤਰ੍ਹਾਂ ਪਹਿਚਾਣਦੇ ਵੀ ਹੋਣਗੇ,
ਕਿਉਂਕਿ ਇਹ ਬਹੁਤ ਅਰਸੇ ਤੋਂ ਇਹ ਗੁਰਮਤ ਦੇ ਸੰਗੀਤ ਦੇ ਗੁਰਮਤ ਦੇ ਨਾਲ ਕੀਰਤਨ ਔਰ ਤਬਲਾ ਹਾਰਮੋਨੀਅਮ ਸਿਤਾਰ ਬਹੁਤ ਸਾਰੇ ਇਹਨਾਂ ਦੇ ਸ਼ਾਗਿਰਦ ਨੇ। ਸੋ ਮੇਰਾ ਕਹਿਣ ਤੋਂ ਮੁਰਾਦ ਹੈ ਪ੍ਰੋਫੈਸਰ ਰਣਜੀਤ ਸਿੰਘ ਜੀ ਭਾਈ ਮਰਦਾਨਾ ਇੰਸਟੀਚਿਊਟ ਆਫ ਕੈਲੀਫੋਰਨੀਆ ਦੇ ਸਰਪ੍ਰਸਤ ਐਟ ਪ੍ਰੈਜ਼ੈਂਟ, ਤੇ ਉਹ ਸਾਡੇ ਹਾਜ਼ਰ ਨੇ। ਸੋ ਪ੍ਰੋਫੈਸਰ ਸਾਹਿਬ ਜੀ, ਆਪ ਜੀ ਦਾ ਮੈਂ ਬਹੁਤ ਬਹੁਤ ਸਵਾਗਤ ਕਰਾਂਗਾ। ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਬਹੁਤ ਸਾਰੇ ਵੈਸੇ ਤਾਂ ਤੁਹਾਨੂੰ ਪਰਸਨਲੀ ਤੌਰ 'ਤੇ ਇਸ ਵੇਲੇ ਦੇਖ ਰਹੇ ਨੇ, ਜਾਣਦੇ ਵੀ ਹੋਣਗੇ, ਤੇ ਥੋੜ੍ਹਾ ਜਿਹਾ ਆਪਣਾ ਜੋ ਦੱਸੋ ਕਿ ਤੁਸੀਂ ਪਿਛੋਕੜ ਥੋੜ੍ਹਾ ਉਹਦੇ ਬਾਰੇ ਥੋੜ੍ਹੀ ਜ਼ਰੂਰ ਜਾਣਕਾਰੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਸਰੋਤਿਆਂ ਨੂੰ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਹੈ, ਉੱਥੇ ਅਕਾਲ ਚੈਨਲ ਦਾ ਵੀ ਧੰਨਵਾਦ ਹੈ, ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਸੱਦਾ ਦੇ ਕੇ ਤੁਹਾਡੇ ਰਾਹੀਂ ਗੱਲਬਾਤ ਕਰਨ ਦਾ, ਸਾਂਝੇ ਮਸਲੇ ਹੱਲ ਕਰਨ ਦਾ। ਸਾਂਝੇ ਮਸਲੇ ਸਿਰਫ ਦੂਸਰੇ ਹੀ ਨਹੀਂ, ਸੰਗੀਤ ਵੀ ਇੱਕ ਮਸਲਾ ਹੈ। ਇਸ ਮਸਲੇ ਦੀ ਸਾਂਝ ਵੀ ਅਸੀਂ ਪਾਣੀ ਆ। ਜੇ ਸਾਨੂੰ ਇਸ ਮਸਲੇ ਦੀ ਸਾਂਝ ਵਿੱਚ ਅਸੀਂ ਆਉਂਦੇ ਰਹੀਏ ਤਾਂ ਸਾਰਾ ਸੰਗੀਤ ਸਾਡੇ ਨਾਲ ਪਿਆਰ ਹੋ ਜਾਂਦਾ ਹੈ। ਕਿਸੇ ਵੀ ਪ੍ਰਾਂਤ ਦਾ ਸੰਗੀਤ ਹੋਏਗਾ, ਉਹ ਸੰਗੀਤ ਸਾਡਾ ਮੁਖੀ ਬਣ ਜਾਂਦਾ, ਸਾਨੂੰ ਉਹਦੇ ਵਿੱਚ ਵੀ ਪਿਆਰ ਬਣ ਜਾਂਦਾ ਹੈ ਜੀ। ਸੋ ਬਹੁਤ ਲੋਕਾਂ ਨੇ ਸੰਗੀਤ ਨੂੰ ਸੁਣਿਆ, ਸੰਗੀਤ ਨੂੰ ਗਾਇਆ, ਵਜਾਇਆ। ਸੰਗੀਤ ਹੈ ਹੀ ਇੱਕ ਸੰਸਾਰ, ਗਹਿਰਾ ਤਾਲ ਹੈ। ਸੰਗੀਤ ਇੱਕ ਗਹਿਰਾ ਤਾਲ ਹੈ, ਜਿਹਦਾ ਮਤਲਬ ਹੈ ਸੰਗੀਤ ਜੀ। ਸੰਗੀਤ ਹੈ ਗਾਣਾ, ਗਾਇਨ, ਵਾਦਿਅਮ, ਨ੍ਰਿਤਯਮ, ਤਿੰਨ ਸੰਗੀਤ ਮੁਚਤੇ। ਤਿੰਨ ਗੱਲਾਂ ਸੰਗੀਤ ਵਿੱਚ ਆ ਜਾਂਦੀਆਂ ਨੇ। ਇਹ ਤਿੰਨੇ ਗੱਲਾਂ ਜਿਹੜੀਆਂ ਨੇ ਹਰ ਪੱਧਤੀ ਦੇ ਵਿੱਚ ਮੁਕੰਮਲ ਨੇ। ਹਰ ਪੱਧਤੀ ਵਿੱਚ ਇਹਨਾਂ ਦਾ ਮੁਕਾਮ ਹੈ। ਹਰ ਪੱਧਤੀ ਇਸ ਨੂੰ ਅਡਾਪਟ ਕਰਦੀ ਹੈ। ਜਿਹੜੀ ਵੀ ਪੱਧਤੀ ਇਹਨਾਂ ਤਿੰਨਾਂ ਗੱਲਾਂ ਤੇ ਨਹੀਂ ਨਿਰਭਰ ਹੁੰਦੀ, ਉਹ ਗਾਣਾ ਜਾਂ ਵਜਾਣਾ ਕਿਸੇ ਅਰਥ ਨਹੀਂ, ਪ੍ਰਭਾਵਿਤ ਨਹੀਂ ਕਰੇਗਾ। ਉਸਤਾਦ ਜੀ, ਤੁਸੀਂ ਮੈਨੂੰ ਜਿੱਥੋਂ ਤੱਕ ਯਾਦ ਹੈ, ਪਹਿਲਾਂ ਤਾਂ ਮੈਂ ਥੋੜ੍ਹਾ ਜਿਹਾ ਸੰਗਤ ਨੂੰ ਆਪਣੇ ਸਰੋਤਿਆਂ ਨੂੰ ਵੀ ਦੱਸ ਦੇਵਾਂ ਕਿ ਮੇਰੇ ਵੀ ਉਸਤਾਦ ਨੇ, ਦਾਸਾ ਨੇ। ਅੱਜ ਜੇ ਮੈਂ ਗੱਲ ਕਹਿਣ ਤੋਂ ਅਸਕਤਨੀ ਨਹੀਂ ਹੈ ਕਿ ਅੱਜ ਮੈਂ ਆਪ ਦੇ ਸਨਮੁਖ ਹਾਂ, ਤਾਂ ਮੈਨੂੰ ਕੋਈ ਕਹਿਣ 'ਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ। ਮੈਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਮੈਂ ਵੀ ਇਹਨਾਂ ਦੀ ਸਰਪ੍ਰਸਤੀ ਹੇਠ, ਇਹਨਾਂ ਦੇ ਆਸ਼ੀਰਵਾਦ ਨਾਲ ਅੱਜ ਜੇ ਮੈਂ ਤੁਹਾਡੇ ਸਨਮੁਖ ਹਾਂ ਅਤੇ ਇਹਨਾਂ ਦੀ ਬਦੌਲਤ ਹਾਂ। ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਇਸ ਗੱਲੋਂ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਔਰ ਕਿ ਇਹਨਾਂ ਨੇ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਇਸ ਸੀਟ 'ਤੇ ਬੈਠ ਕੇ ਔਰ ਆਪ ਜੀ ਦੇ ਸਾਹਮਣੇ ਹਾਜ਼ਰ ਹੋਣਾ। ਇਹ ਸਭ ਇਹ ਜੋ ਵੀ ਤੁੱਛ ਜੀ ਜੋ ਸਾਨੂੰ ਬੁੱਧੀ ਬਖਸ਼ੀ ਹੈ, ਤੇ ਇਹਨਾਂ ਦੇ ਸੰਗਤ ਨਾਲ, ਇਹਨਾਂ ਦੇ ਆਸ਼ੀਰਵਾਦ ਨਾਲ। ਤੁਸੀਂ ਲੁਧਿਆਣੇ ਵੀ ਕਾਮਨ ਕਾਲਜ ਵਿੱਚ ਕਾਫੀ ਚਿਰ ਸੇਵਾ ਕੀਤੀ ਹੈ, ਥੋੜ੍ਹਾ ਜਿਹਾ ਲੜਕੀਆਂ ਦੇ ਕਾਲਜ, ਉਹਨਾਂ ਬਾਰੇ ਥੋੜ੍ਹਾ ਦੱਸੋ। ਲੁਧਿਆਣਾ ਗਵਰਨਮੈਂਟ ਕਾਲਜ ਵਿੱਚ ਮੈਂ ਸੰਨ 62 ਤੋਂ ਸਰਵਿਸ ਜੁਆਇਨ ਕੀਤੀ ਜੀ। 62 ਤੋਂ ਲੈ ਕੇ 97 ਤੱਕ ਰੈਗੂਲਰ ਜੀ। ਪ੍ਰੈਪ, ਫਸਟ ਈਅਰ, ਸੈਕੰਡ ਈਅਰ, ਫਾਈਨਲ ਐਂਡ MA ਤੱਕ ਦੀਆਂ ਕਲਾਸਾਂ ਤੱਕ ਮੈਨੂੰ ਨਿਭਾਉਣ ਦਾ ਸਮਾਂ ਮਿਲਿਆ। ਕਿੰਨੇ ਸਾਲ ਤੁਸੀਂ ਉੱਥੇ? ਮੈਂ ਲਗਭਗ 35 ਸਾਲ ਬਣਦੇ ਹਨ। 35 ਸਾਲ ਬਾਅਦ ਫਿਰ ਤੁਹਾਡੀ ਰਿਟਾਇਰਮੈਂਟ ਹੋਈ? 35 ਸਾਲ ਬਾਅਦ 97 'ਚ ਮੇਰੀ ਰਿਟਾਇਰਮੈਂਟ ਹੁੰਦੀ ਹੈ। ਜੀ ਜੀ। ਔਰ ਉੱਥੇ ਰਹਿ ਕੇ, ਉਸ ਪਲੇਟਫਾਰਮ ਤੇ ਰਹਿ ਕੇ ਮੇਰੀ ਸਟੱਡੀ ਦਾ ਇੱਕ ਬਹੁਤ ਵੱਡਾ ਟੀਚਾ ਮੈਨੂੰ ਪ੍ਰਾਪਤ ਹੋਇਆ, ਜਿਸ ਟੀਚੇ ਨਾਲ ਮੈਨੂੰ ਸੰਸਾਰ ਪ੍ਰਸਿੱਧ ਸੰਗੀਤਕਾਰ, ਸੰਸਾਰ ਪ੍ਰਸਿੱਧ ਜਾਣੇ ਮਾਣੇ ਗੁਲੂਕਾਰ ਉਹ ਮੇਰੇ ਸੰਪਰਕ ਵਿੱਚ ਆਏ, ਜਿਨ੍ਹਾਂ ਤੋਂ ਵਿਦਿਆ ਤਾਂ ਮੈਂ ਪਹਿਲਾਂ ਸਿੱਖੀ ਹੋਈ ਸੀ। ਥੋੜ੍ਹਾ ਜਿਹਾ ਉਸਤਾਦ ਜੀ ਪਹਿਲਾਂ ਨਾਲ ਤੁਸੀਂ ਇਹ ਥੋੜ੍ਹਾ ਜਿਹਾ ਸੰਗਤਾਂ ਨੂੰ ਦੱਸੋ ਕਿ ਕਾਲਜ ਤੋਂ ਪਹਿਲਾਂ ਤੁਸੀਂ ਤੁਹਾਨੂੰ ਸੰਗੀਤ ਨਾਲ ਕਿੱਦਾਂ ਲੱਗਣ ਲੱਗੀ, ਕਿਸ ਤਰ੍ਹਾਂ ਤੁਸੀਂ ਪ੍ਰੇਰਿਤ ਹੋਏ? ਇਕੱਲੇ ਸੰਗੀਤ ਤੋਂ ਇਲਾਵਾ ਮਹਾਰਾਜ ਦੀ ਬੜੀ ਤੁਹਾਡੇ 'ਤੇ ਬਖਸ਼ਿਸ਼ ਹੈਗੀ ਹੈ, ਤੁਸੀਂ ਰੂਹਾਨੀ ਦੇ ਤੌਰ 'ਤੇ ਵੀ, ਕੀਰਤਨ ਤੌਰ 'ਤੇ ਵੀ ਬੜੇ ਜਾਣੇ ਪਹਿਚਾਣੇ ਹੋ, ਤੇ ਉਹ ਤੁਹਾਨੂੰ ਕਿਸ ਤਰ੍ਹਾਂ ਇਹ ਪ੍ਰੇਰਨਾ ਮਿਲੀ? ਜਿਹੜੀ ਇਹ ਪ੍ਰੇਰਨਾ ਸੀ, ਇਹ ਕੁਝ ਸੰਸਕਾਰ ਨੇ, ਪਿਛਲੇ ਜਨਮਾਂ ਦੇ ਸੰਸਕਾਰ ਹੋਣ ਕਰਕੇ ਮੇਰਾ ਜਨਮ ਜੀ ਜੀ ਇਸ ਛੋਟੇ ਜਿਹੇ ਘਰਾਣੇ ਵਿੱਚ ਹੋਇਆ, ਪਿੰਡ ਗਗੜੇ 'ਚ, ਜੀ ਜੀ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ। ਤੇ ਮੇਰੇ ਪਿਤਾ ਜੀ ਦੇ ਵੱਡੇ ਭਰਾ ਭਾਈ ਹਰਮੋਹਨ ਸਿੰਘ, ਜਿਨ੍ਹਾਂ ਨੂੰ ਅਮੂਮਨ ਕਿਤਾਬਾਂਕਾਰਾਂ ਨੇ ਵੀ, ਵਿਦਵਾਨਾਂ ਨੇ ਬਾਬਾ ਹਰਮੋਹਨ ਸਿੰਘ ਕਰਕੇ ਪੁਕਾਰਿਆ ਤੇ ਆਪਣੀਆਂ ਲਿਖਤਾਂ ਵਿੱਚ ਉਹਨਾਂ ਦਾ ਜ਼ਿਕਰ ਕੀਤਾ। ਉਹ ਦੋਦਰ ਦੀ ਟਕਸਾਲ ਵਿੱਚ ਪੜ੍ਹੇ ਜੀ। ਸੂਰਮੇ ਸੀ, ਸੂਰਮੇ ਹੋਣ ਦੇ ਨਾਤੇ ਦੋਦਰ ਦੀ ਟਕਸਾਲ ਤੋਂ ਪੜ੍ਹ ਕੇ ਜਦੋਂ ਉਹ ਘਰ ਆਏ ਤੇ ਉਹਨਾਂ ਤੋਂ ਮੈਨੂੰ ਪ੍ਰੇਰਨਾ ਮਿਲੀ। ਉਹਨਾਂ ਨੇ ਮੈਨੂੰ ਆਪਣੇ
ਗੋਸ਼ ਵਿੱਚ ਲੈਣ ਦਾ ਯਤਨ ਕੀਤਾ। ਮੈਂ ਉਹਨਾਂ ਦੇ ਨਾਲ ਰਿਹਾ ਤੇ ਸੰਗੀਤ ਦਾ ਮੈਨੂੰ ਲੱਗਣ ਲੱਗ ਗਈ। ਤੁਸੀਂ ਗੱਲ ਕੀਤੀ ਹੈ ਬਹੁਤ ਇੱਕ ਇੱਕ ਤੁਹਾਡੀ ਗੱਲ ਵਿੱਚੋਂ ਗੱਲ ਫਿਰ ਹੋਰ ਆ ਗਈ ਹੈ। ਤੁਸੀਂ ਗੱਲ ਕੀਤੀ ਟਕਸਾਲ ਦੀ, ਤੁਸੀਂ ਗੱਲ ਕਰਦੇ ਦੋਦਰ ਦੀ ਟਕਸਾਲ। ਮੈਨੂੰ ਜਿੱਥੇ ਤੱਕ ਯਾਦ ਨੇ ਕਿ ਕੁਝ ਟਕਸਾਲਾਂ ਹੋਰ ਵੀ ਹੈਗੀਆਂ ਜੋ ਕਿ ਜਿਨ੍ਹਾਂ ਨੂੰ ਸਾਡੇ ਜਿਹੜੇ ਪੁਰਾਤਨ ਜਿਹੜੇ ਕੀਰਤਨੀ ਨੇ ਜਾਂ ਟਕਸਾਲੀ ਨੇ ਜਾਂ ਵਿਦਵਾਨ ਲੋਕ ਨੇ ਉਹ ਭਲੀ ਭਾਂਤ ਜਾਣਦੇ ਨੇ। ਜਿਸ ਤਰ੍ਹਾਂ ਦੋਦਰ ਦੀ ਟਕਸਾਲ ਹੈ, ਦਮਦਮੀ ਟਕਸਾਲ ਹੈ, ਬੁੱਢਾ ਜੋੜ ਦੀ ਟਕਸਾਲ ਹੈ, ਮਸਤੂਆਣਾ ਦੀ ਟਕਸਾਲ ਹੈਗੀ ਹੈ, ਤੇ ਇਹ ਵੀ ਇੱਕ ਟਕਸਾਲ ਹੈਗੀ ਹੈ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਜਿੱਥੋਂ ਉਹ ਸਿੱਖ ਰਹੇ ਹੈ। ਪਰ ਤੁਸੀਂ ਵੀ ਫਿਰ ਦੁੱਧ ਦੀ ਟਕਸਾਲ ਨਾਲ ਹੀ ਜੁੜੇ ਰਹੇ? ਮੈਂ ਦੁੱਧ ਦੀ ਟਕਸਾਲ ਨਾਲ ਇਸ ਲਈ ਜੁੜਿਆ ਰਿਹਾ ਕਿਉਂਕਿ ਮੇਰੇ ਤਾਇਆ ਜੀ ਉੱਥੋਂ ਵਿਦਿਆ ਪ੍ਰਾਪਤ ਕਰਕੇ ਤੇ ਉਹ ਕਰਾਚੀ ਚਲੇ ਗਏ। ਜੀ ਜੀ। ਟਕਸਾਲ ਹੀ ਇੱਕ ਐਸਾ ਲਫ਼ਜ਼ ਹੈ ਪ੍ਰੋਫੈਸਰ ਸਾਹਿਬ ਕਿ ਅਸੀਂ ਰੋਜ਼ ਪੜ੍ਹਦੇ ਹਾਂ, ਰੋਜ਼ ਗਿਆਨ ਕਰਦੇ ਹਾਂ, ਮਗਰ ਕਦੀ ਵਿਚਾਰ ਨਹੀਂ ਕੀਤੀ ਘੜੀਆਂ ਸ਼ਬਦ ਸੱਚੀ ਟਕਸਾਲ। ਟਕਸਾਲ ਉਸ ਜਗ੍ਹਾ ਦਾ ਨਾਮ ਹੈ, ਉਸ ਖੇਤਰ ਦਾ ਨਾਮ ਹੈ ਜਿੱਥੇ ਕੁਝ ਚੀਜ਼ਾਂ ਦੀ ਬਣਤਰ ਕੀਤੀ ਜਾਂਦੀ ਹੈ, ਜਿੱਥੇ ਉਹ ਘੜੀਆਂ ਜਾਂਦੀਆਂ ਨੇ। ਇੱਥੇ ਕੀ ਘੜਿਆ ਜਾਂਦਾ? ਸ਼ਬਦ। ਇਹ ਟਕਸਾਲ ਸ਼ਬਦ ਦੀ ਹੈ। ਇਹਨੂੰ ਵਰਕਸ਼ਾਪ ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਮਗਰ ਮੈਨੂੰ ਇਹ ਗੱਲ ਵਾਰਾ ਨਹੀਂ ਖਾਂਦੀ ਕਿ ਵਰਕਸ਼ਾਪਾਂ ਹੋਰਨਾਂ ਕੰਮਾਂ ਦੀਆਂ ਹੁੰਦੀਆਂ ਨੇ। ਇੱਥੇ ਸ਼ਬਦ ਦੀ ਟਕਸਾਲ ਹੈ। ਸ਼ਬਦ ਘੜਿਆ ਜਾਂਦਾ, ਸ਼ਬਦ ਕੰਪੋਜੀਸ਼ਨਾਂ ਹੁੰਦੀਆਂ ਨੇ, ਸ਼ਬਦ ਅਰਥ ਹੁੰਦਾ, ਸ਼ਬਦ ਦੀਆਂ ਜਿਹੜੀਆਂ ਹੈਗੀਆਂ ਉਹ ਅਸਥਾਈ, ਅੰਤਰੇ, ਸੰਚਾਰੀ, ਅਭੋਗ, ਇਹ ਉਹਦੇ ਖਿੱਤੇ ਨੇ, ਉਹਦੇ ਭਾਗ ਨੇ। ਬਿਲਕੁਲ। ਤੁਸੀਂ ਉਸਤਾਦ ਜੀ, ਪ੍ਰੋਫੈਸਰ ਜੀ ਬਹੁਤ ਸੋਹਣੀਆਂ ਗੱਲਾਂ ਕਰ ਰਹੇ। ਜਿਹੜੀਆਂ ਵਰਕਸ਼ਾਪ ਹੁੰਦੀਆਂ ਨਾ ਇਹ ਟੈਕਨੀਕਲ ਵਰਕਸ਼ਾਪਾਂ ਹੁੰਦੀਆਂ ਜਿੱਥੇ ਕੋਈ ਸਮਾਨ ਬਣਦਾ ਹੋਵੇ, ਟੈਕਨੀਕਲ ਸਮਾਨ ਬਣਦਾ ਉਹਨੂੰ ਵਰਕਸ਼ਾਪ ਕਹਿੰਦੇ ਆ। ਤੇ ਜਿਹੜੀਆਂ ਟਕਸਾਲਾਂ ਨੇ ਰੂਹਾਨੀਅਤ ਨਾਲ ਸੰਬੰਧ ਰੱਖਦੀਆਂ। ਇਹ ਰੂਹਾਨੀਅਤ ਨਾਲ ਸੰਬੰਧ ਹੋਣ ਕਰਕੇ ਇਹਨੂੰ ਟਕਸਾਲ ਕਹਿਣਾ, ਇਹ ਵਰਕਸ਼ਾਪ ਨਹੀਂ ਹੈ। ਥੋੜਾ ਜਿਹਾ ਕਲੀਅਰ ਇੱਥੇ ਜੋ ਇਹ ਕਹਿਣਾ ਚਾਹੁੰਦੇ ਮੈਂ ਕਰਨਾ ਚਾਹੁੰਦਾ, ਹੋ ਸਕਦਾ ਵੀ ਗਲਤ ਹੋਈ ਹੈ, ਪਰ ਜਿਹੜੀ ਵਰਕਸ਼ਾਪ ਹੁੰਦੀ ਹੈ ਵਰਕਸ਼ਾਪ ਇੱਕ ਡਿਫਰੈਂਟ ਚੀਜ਼ ਹੈ। ਜਿਹੜੀ ਟਕਸਾਲ ਹੈ ਬੜੀ ਉੱਚਮ ਹੈ, ਸਰਵੋਤਮ ਹੈ। ਸੋ ਆਪਾਂ ਉਹਨੂੰ ਟਕਸਾਲ ਨੂੰ ਟਕਸਾਲ ਰੱਖੀਏ ਤੇ ਉਹਦਾ ਮਹੱਤਤਾ ਜਿਹੜੀ ਹੋਰ ਹੀ ਵੱਧ ਜਾਂਦੀ ਹੈ। ਕਿਉਂਕਿ ਸਭ ਤੋਂ ਜਿਹੜੀ ਪਹਿਲੀ ਸਾਡੀ ਟਕਸਾਲ ਹੈ, ਜੀ ਜੀ, ਸਾਡਾ ਪਹਿਲਾ ਪੰਜਾਬ ਗੁਰਮਤ ਸੰਗੀਤ ਘਰਾਣਾ ਜਿੱਥੋਂ ਸ਼ੁਰੂ ਹੁੰਦਾ, ਜੀ, ਜਿੱਥੋਂ ਅਸੀਂ ਗੁਰਮਤ ਸੰਗੀਤ ਨੂੰ ਅੱਗੇ ਵਧਣ ਲਈ ਵਧਾਵਾ ਦਿੰਦੇ ਹਾਂ। ਗੁਰਮਤ ਸੰਗੀਤ ਦੀ ਸਭ ਤੋਂ ਪਹਿਲੀ ਟਕਸਾਲ ਕਰਤਾਰਪੁਰ ਹੈ ਜੀ। ਕਰਤਾਰਪੁਰ ਜਿੱਥੇ ਗੁਰੂ ਨਾਨਕ ਸਾਹਿਬ ਜਿੱਥੋਂ ਟਕਸਾਲਾਂ ਸ਼ੁਰੂ ਜਿੱਥੋਂ ਸ਼ੁਰੂ ਹੁੰਦੀਆਂ ਨੇ, ਉੱਥੇ ਇਹ ਲਿਖਤ ਵਿੱਚ ਵੀ ਆਉਂਦਾ। ਜਿਨ੍ਹਾਂ ਲੋਕਾਂ ਨੇ ਨਹੀਂ ਪੜ੍ਹਿਆ ਉਹਨਾਂ ਨੂੰ ਨਹੀਂ ਗਿਆਨ, ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੇ ਦੱਸਿਆ ਨਹੀਂ। ਜੀ ਜੀ। ਕਿਉਂਕਿ ਉਹਨਾਂ ਦੀਆਂ ਕੁਝ ਆਪਣੇ ਵਜੂਹਾਤ ਨੇ, ਕੁਝ ਆਪਣੀਆਂ ਗੱਲਾਂ ਨੇ ਕਿ ਉਹ ਨਹੀਂ ਪੂਰਾ ਇਸ ਨੂੰ ਵਾਜ਼ਿਆ ਕਰ ਸਕਦੇ। ਉੱਥੇ ਭਾਈ ਮਰਦਾਨਾ ਜੀ ਨੇ ਉਸ ਟਕਸਾਲ ਦੇ ਵਿੱਚ ਸਭ ਤੋਂ ਪਹਿਲਾਂ ਵਿੱਦਿਆ ਦੇਣੀ ਸ਼ੁਰੂ ਕੀਤੀ ਗੁਰੂ ਨਾਨਕ ਸਾਹਿਬ ਦੇ ਵੇਲੇ। ਇਹ ਕਰਤਾਰਪੁਰ ਦੇ ਵਿੱਚ ਜਿੱਥੋਂ ਸ਼ੁਰੂ ਹੋਈ ਟਕਸਾਲ, ਉੱਥੋਂ ਇਹ ਟਕਸਾਲ ਜਿੱਥੋਂ ਸ਼ੁਰੂ ਹੋਈ, ਫਿਰ ਆਹਿਸਤਾ ਦੋਦਰ ਬਣਿਆ, ਦੋਦਰ ਦੀ ਟਕਸਾਲ ਹੋਈ, ਸਿੰਘਾਂ ਵਾਲੀ ਦੀ ਟਕਸਾਲ ਹੋਈ, ਫਿਰ ਬੁੱਢਾ ਜੋੜ ਦੀ ਟਕਸਾਲ ਹੋਈ। ਇਹਨਾਂ ਨੂੰ ਜਿੱਥੇ ਸ਼ਬਦ ਕੀਰਤਨ, ਤਾਲ, ਮ੍ਰਿਦੰਗ, ਪਖਾਵਜ, ਜਿੱਥੇ ਢੋਲ ਮ੍ਰਿਦੰਗ ਵਜੇ ਸਭ ਹੀ ਕਰ, ਜਿੱਥੇ ਰਵਾਬ, ਪਖਾਵਜ, ਤਾਲ, ਘੁੰਗਰੂ, ਜਿੱਥੇ ਸਾਤ ਸੁਰਾਂ ਲੈ ਚਾਲੇ, ਬਾਣੀ ਦੇ ਵੇਰਵੇ ਨੇ ਸਾਰੇ। ਜੇ ਉੱਥੇ ਜਦ ਇਹ ਆਉਂਦੇ ਨੇ, ਇਹ ਵਰਕਸ਼ਾਪ ਨਹੀਂ, ਇਹ ਟਕਸਾਲਾਂ ਜਿਹੜੀਆਂ ਸਨ ਇਹਨਾਂ ਨੇ ਉਹ ਬੰਦੇ ਘੜ ਕੇ ਸਾਡੇ ਅੱਗੇ ਪੈਦਾ ਰੱਖੇ, ਜਿਨ੍ਹਾਂ ਵਿੱਚ ਉਹ ਕੀਰਤਨੀਆਂ ਪੈਦਾ ਕਰਕੇ ਸਾਨੂੰ ਦਿੱਤੇ ਜੋ ਆਤਮਕ ਪੱਖ ਤੋਂ ਵੀ ਬਹੁਤ ਪੂਰਨ ਬ੍ਰਹਮ ਗਿਆਨੀ ਹੋਏ ਹਨ। ਬਹੁਤ ਸੋਹਣੀ। ਤੁਸੀਂ ਦੇਖੋ ਮੇਰੇ ਵੀਰੋ ਭੈਣਾਂ ਭਾਈਓ, ਕੈਸੀਆਂ ਜਿਹੜੀਆਂ ਵਿਚਾਰਾਂ ਨੇ, ਔਰ ਸਾਡਾ ਜਿਹੜਾ ਪਿਛੋਕੜ ਹੈ ਹਾਲੇ ਤੱਕ ਸਾਨੂੰ ਨਾ ਇਹ ਤੋਂ ਕੋਈ ਜਾਣੂ ਅਸੀਂ ਹੋਏ ਹਾਂ ਤੇ ਨਾ ਸਾਨੂੰ ਪਤਾ ਹੈ, ਪਰ ਲੋੜ ਹੈ ਅੱਜ ਇੱਕ ਸਾਡਾ ਜਿਹੜਾ ਪਿਛੋਕੜ ਹੈ ਅਸੀਂ ਕਿਉਂ ਤੋਂ ਵਾਂਝੇ ਹੋ ਰਹੇ ਹਾਂ, ਕਿ ਕਿਉਂ ਨਹੀਂ ਉਹਨੂੰ ਦਸਾਇਆ ਜਾ ਰਿਹਾ, ਜਾਂ ਕਿਉਂ ਨਹੀਂ ਲਿਖਤਾਂ ਵਿੱਚ ਆ ਰਿਹਾ, ਕਿਉਂ ਨਹੀਂ ਉਹਨੂੰ ਪ੍ਰਚਾਰਿਆ ਜਾ ਰਿਹਾ। ਇਹ ਥੋੜ੍ਹੀ ਵਿਚਾਰਨ ਦੀ ਲੋੜ ਹੈ। ਔਰ ਮੈਂ ਤੁਸੀਂ ਟਕਸਾਲ ਦੀ ਗੱਲ ਕੀਤੀ ਕਿ ਜਿਸ ਤਰ੍ਹਾਂ ਹੁਣ ਇਸ ਵੇਲੇ ਦਮਦਮੀ ਟਕਸਾਲ ਜੋ ਹੈ ਇਸ ਵੇਲੇ ਬੜੀ ਪ੍ਰਚਲਿਤ ਹੈ ਔਰ ਕਾਫੀ ਉਹ ਕੰਮ ਕਰ ਰਹੇ ਨੇ। ਬਹੁਤ ਸਾਰੇ ਵਿਦਿਆਰਥੀ ਇਸ ਵੇਲੇ ਉੱਥੋਂ ਨਿਕਲੇ ਨੇ ਔਰ ਨਿਕਲ ਵੀ ਰਹੇ ਨੇ। ਬਾਕੀ ਟਕਸਾਲਾਂ ਜਿਹੜੀਆਂ ਸੀਗੀਆਂ ਇਹਨਾਂ ਨੂੰ ਕਿਉਂ ਅਣਗੌਲਿਆ ਕੀਤਾ ਗਿਆ ਜਾਂ ਬੰਦ ਕੀਤਾ ਗਿਆ, ਜਾਂ ਕਦੀ ਉਹਨਾਂ ਦੀ ਕੋਈ ਪੈਰਵਾਈ ਨਹੀਂ ਕੀਤੀ? ਇਹਦਾ ਕੀ ਕਾਰਨ ਹੈ? ਉਹਨਾਂ ਦੀ ਪੈਰਵਾਈ ਇਸ ਲਈ ਨਹੀਂ ਹੋਈ ਕਿ ਪੈਰਵਾਈ ਕਰਨ ਵਾਲੇ ਲੋਕ ਜਦੋਂ ਚਲੇ ਗਏ, ਜੀ, ਜਦੋਂ ਚਲੇ ਗਏ ਤਾਂ ਉਹਨਾਂ ਦੀ ਸਾਂਭ ਸੰਭਾਲ ਕਿਸੇ ਨੇ ਕੀਤੀ। ਕਿਉਂਕਿ ਹਰ ਵਿਰਸਾ ਇੱਕ ਸੰਭਾਲ ਦਾ ਵਿਸ਼ਾ ਹੈ। ਜੀ ਜੀ ਜੀ। ਜੇ ਸੰਭਾਲ ਜਿੱਥੇ ਨਹੀਂ ਹੋਏਗੀ ਉੱਥੇ ਆਹਿਸਤਾ ਹੁਣ ਦੋਦਰ ਦੀ ਟਕਸਾਲ ਨੇ ਇਹ ਟੀਚਾ ਮਿੱਥਿਆ ਸੀ। ਉੱਥੇ ਸੰਤ ਬਾਬਾ ਮੰਗਲ ਸਿੰਘ ਜੀ ਨੇ, ਸੰਤ ਸੁਦਾ ਸਿੰਘ ਜੀ ਨੇ ਜਿਨ੍ਹਾਂ ਨੇ ਸ਼ੁਰੂ ਕੀਤਾ, ਉੱਥੇ ਬਾਬਾ ਖੁਸ਼ਹਾਲ ਸਿੰਘ ਸਿਖਾਉਂਦੇ ਸੀ। ਉਹਨਾਂ ਨੇ ਇਹ ਟੀਚਾ ਮਿੱਥਿਆ ਸੀ ਵੀ ਜਿਹੜੇ ਲੋੜਵੰਦ ਨੇਤਰਹੀਨ ਨੇ,
ਜੀ। ਜਿਨ੍ਹਾਂ ਨੂੰ ਅਸੀਂ ਲਾਵਾਰਸ ਸਮਝ ਕੇ ਕਦੇ ਕਿੱਧਰ ਛੱਡ ਸਕਦੇ ਹਾਂ, ਉਹਨਾਂ ਨੂੰ ਗੁਰੂ ਕਾ ਕੀਰਤਨ ਸਿਖਾ ਕੇ ਉਹਨਾਂ ਨੂੰ ਕਿਸੇ ਚੰਗੇ ਆਰੇ ਲਾਇਆ ਜਾ ਸਕੇ। ਇਹ ਉਹਨਾਂ ਦੀ ਇੱਕ ਬੜੀ ਵੱਡੀ ਦੇਣ ਸੀ ਸੂਰਮਿਆਂ ਵਾਸਤੇ, ਤੇ ਸੂਰਮਿਆਂ ਦੀ ਟਕਸਾਲ ਕਹਿੰਦੇ ਸਨ। ਆਹਿਸਤਾ ਆਹਿਸਤਾ ਜਦੋਂ ਫਿਰ ਉਹਦੇ ਵਿੱਚ ਘਾਟ ਆਉਂਦੀ ਰਹੀ, ਮਹਾਂਪੁਰਸ਼ ਨਾ ਰਹੇ, ਸੰਤ ਬਾਬਾ ਖੁਸ਼ਹਾਲ ਸਿੰਘ ਨਾ ਰਹੇ, ਭਾਈ ਵੀਰ ਸਿੰਘ ਨਾ ਰਹੇ, ਜਦ ਨਾ ਰਹੇ ਤੇ ਉਹਨਾਂ ਦੀ ਪੈਰਵਾਈ ਜਿਵੇਂ ਪ੍ਰਬੰਧਕ ਕਮੇਟੀਆਂ ਸਨ, ਉੱਥੇ ਕੋਈ ਪ੍ਰਬੰਧਕ ਕਮੇਟੀਆਂ ਨਹੀਂ ਸਨ, ਉੱਥੇ ਉਹ ਇੰਡੀਪੈਂਡੈਂਟ ਮਹਾਂਪੁਰਸ਼ ਆਪ ਹੀ ਉਸ ਦੀ ਪੈਰਵਾਈ ਕਰਦੇ ਸੀ। ਮਗਰ ਮਗਰੋਂ ਕਿਹਨੇ ਸੰਭਾਲਣਾ ਸੀਗਾ? ਸਾਡੀਆਂ ਸੰਸਥਾਵਾਂ ਨੇ। ਇਹ ਤੁਸੀਂ ਬਹੁਤ ਗੱਲ ਜਿਹੜੀ ਥੋੜਾ ਜਿਹਾ ਖੁਲਾਸਾ ਕੀਤਾ। ਜਿਸ ਤਰ੍ਹਾਂ ਮੈਨੂੰ ਯਾਦ ਹੈ ਕਿ ਆਪਾਂ ਸ਼ਾਇਦ ਤੁਹਾਨੂੰ ਵੀ ਯਾਦ ਹੋਵੇ, ਸਭ ਤੋਂ ਪਹਿਲਾਂ ਜਦੋਂ ਬੁੱਢਾ ਜੋੜ ਦੇ ਟਕਸਾਲ ਮੈਂ ਦਰਸ਼ਨ ਕਰਕੇ ਤੁਹਾਡੇ ਨਾਲ ਗਿਆ ਸੀ, ਤੇ ਉੱਥੇ ਕਾਫੀ ਖੁੱਲੀ ਜਗ੍ਹਾ, ਬੜੀ ਰਮਣੀਕ ਜਗ੍ਹਾ, ਬਹੁਤ ਹੀ ਇੱਕ ਸ਼ਾਂਤੀ ਵਾਲੀ ਜਗ੍ਹਾ, ਤੇ ਇਹ ਪਤਾ ਲੱਗਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਅੰਡਰ ਉਹ ਆ ਗਈ ਜੀ। ਤੇ ਕਿਉਂ ਨਹੀਂ ਉਹਨੂੰ ਮੁੜ ਕੇ ਉਹਦਾ ਸਾਂਭ ਸੰਭਾਲ ਕੀਤੀ ਗਈ, ਜਾਂ ਉੱਥੇ ਐਸੇ ਫਿਰ ਬੱਚਿਆਂ ਨੂੰ, ਜਿਹੜੇ ਲੋੜਵੰਦ ਬੱਚੇ ਨੇ, ਉਹਨਾਂ ਨੂੰ ਲਿਆ ਕੇ ਤੇ ਉਹਨਾਂ ਨੂੰ ਗੁਰਮਤ ਨਾਲ ਜੋੜਿਆ ਜਾਵੇ, ਜਾਂ ਸਾਡੇ ਗੁਰਮਤ ਦਾ ਪ੍ਰਚਾਰ ਹੋਵੇ, ਸਾਡੀ ਸਿੱਖੀ ਦਾ ਪ੍ਰਚਾਰ ਹੋਵੇ, ਸਾਡੀ ਗੁਰਮਤ ਸੰਗੀਤ ਦਾ ਪ੍ਰਚਾਰ ਹੋਵੇ, ਤੇ ਕਿਉਂ ਉਸ ਵੱਲ ਕਿਉਂ ਨਹੀਂ ਧਿਆਨ ਦਿੱਤਾ ਗਿਆ? ਸ਼੍ਰੋਮਣੀ ਕਮੇਟੀ ਨੇ ਇਸ ਵਿਸ਼ੇ ਤੇ ਬਿਲਕੁਲ ਧਿਆਨ ਨਹੀਂ ਦਿੱਤਾ ਤੇ ਨਾ ਦੇ ਰਹੀ ਹੈ ਜੀ। ਯਤੀਮਖਾਨਾ ਸੀ ਜੀ ਜੀ, ਇੰਨਾ ਅੱਛਾ ਚੱਲਦਾ ਸੀ, ਜਿੱਥੋਂ ਬੜੇ ਅੱਛੇ ਵਿਦਵਾਨ ਨਿਕਲੇ। ਸਾਡੇ ਕੋਲੇ ਪ੍ਰਿੰਸੀਪਲ ਬਲਦੇਵ ਸਿੰਘ ਵਰਗੇ ਐਸੇ ਯਤੀਮਖਾਨੇ ਨੇ। ਬਾਬਾ ਮਤਾਬ ਸਿੰਘ ਜੀ ਨੇ ਉਸਤਾਦ ਬਹਾਦਰ ਸਿੰਘ ਜੀ ਨੂੰ ਜਨਮ ਦਿੱਤਾ, ਬਾਬਾ ਮਤਾਬ ਸਿੰਘ ਜੀ ਨੇ ਬੇਦੀ ਦਲੀਪ ਚੰਦਰ ਨੂੰ ਜਨਮ ਦਿੱਤਾ, ਭਾਈ ਗੁਰਮੁਖ ਸਿੰਘ ਨੂੰ ਜਨਮ ਦਿੱਤਾ। ਇੰਨੇ ਅੱਛੇ ਉਦੋਂ ਪੈਦਾ ਹੋਏ। ਉਹਨਾਂ 'ਚ ਇੱਕ ਸਿਖਾਉਣ ਵਾਲਿਆਂ ਵਿੱਚ ਵੀ ਸਤਿਕਾਰ ਸੀ ਇਸ ਵਿੱਦਿਆ ਦਾ, ਕਿ ਗੁਰੂ ਕੀ ਵਿੱਦਿਆ ਹੈ, ਗੁਰੂ ਕੀ ਵਿੱਦਿਆ, ਇਸ ਨੂੰ ਦੇਣ ਲੱਗਿਆ ਮਨ ਵਿੱਚ ਸੰਕੋਚ ਨਹੀਂ ਕਰਨਾ, ਮਨ ਵਿੱਚ ਇਹ ਢੀਠਤਾਈ ਨਹੀਂ ਲੈਣੀ ਕਿ ਮੈਂ ਇਹਨੂੰ ਨਹੀਂ ਸਿਖਾਉਣਾ। ਉਸ ਤੋਂ ਬਾਅਦ ਟਕਸਾਲਾਂ ਦਾ ਪ੍ਰਬੰਧ ਜਦੋਂ ਇਹਨਾਂ ਸ਼੍ਰੋਮਣੀ ਕਮੇਟੀ ਜਾਂ ਹੋਰ ਸੰਸਥਾਵਾਂ ਦੇ ਕੋਲ ਆਇਆ, ਉਹਨਾਂ ਨੇ ਇਸ ਵੱਲ ਤਾਂ ਧਿਆਨ ਨਹੀਂ ਦਿੱਤਾ, ਸਿਰਫ ਬਿਲਡਿੰਗਾਂ ਵਾਲੇ ਪਾਸੇ ਧਿਆਨ ਦਿੱਤਾ। ਬਿਲਡਿੰਗ ਸਭ ਤੋਂ ਵੱਡੀ ਹੋਣੀ ਚਾਹੀਦੀ, ਬਿਲਡਿੰਗ ਸਭ ਤੋਂ ਵਧੀਆ ਹੋਣੀ ਚਾਹੀਦੀ, ਮਗਰ ਜਿਸ ਹਿੱਸੇ ਤੇ ਬਿਲਡਿੰਗ ਖੜਨੀ ਸੀ, ਗੁਰਮਤ ਦੇ ਪ੍ਰਚਾਰ ਧਾਰਨੀ ਵਿਦਵਾਨਾਂ ਦੇ ਸਿਰ ਤੇ, ਕੀਰਤਨੀਆਂ ਦੇ ਸਿਰ ਤੇ ਖੜਨੀ ਸੀ, ਉਹ ਜਿਹੜੀ ਸੀ ਉਹਨਾਂ ਨੇ ਨੀਂਹ ਥੱਲਿਓਂ ਕੱਢ ਦਿੱਤੀ। ਹੁਣ ਸਿਰਫ ਇਮਾਰਤਾਂ ਹੀ ਨੇ ਉਹਨਾਂ ਟਕਸਾਲਾਂ ਦੀਆਂ, ਜੇ ਇਮਾਰਤਾਂ ਵੀ ਨਹੀਂ ਤਾਂ ਉਹ ਵੀ ਖਸਤਾ ਹਾਲਤ ਵਿੱਚ ਨੇ, ਖੰਡਰਾਤ ਹੋ ਗਈਆਂ ਨੇ। ਉੱਥੇ ਕੋਈ ਸਿਖਾਉਣ ਵਾਲਾ, ਕਿਉਂਕਿ ਹਰ ਬੰਦਾ ਇੱਕ ਲੋੜੀਂਦੀ ਉਹਨੂੰ ਮੋਖ ਚਾਹੀਦਾ, ਉਹਨੇ ਪਰਿਵਾਰ ਵੀ ਪਾਲਣਾ, ਨਾ ਲੋੜੀਂਦੀ ਉਹਨੂੰ ਮੋਖ ਮਿਲ ਰਿਹਾ, ਨਾ ਉਹ ਲੋੜੀਂਦੇ ਕੰਮਾਂ ਦੀ ਪ੍ਰੈਕਟਿਸ ਕਰ ਰਿਹਾ। ਫਿਰ ਉੱਥੇ ਮਾਮੂਲੀ ਜੇ ਐਵੇਂ ਸਾਦੇ ਜਿਹੇ ਬੰਦੇ ਰੱਖ ਕੇ ਉਹ ਉਹਨਾਂ ਟਕਸਾਲਾਂ ਵਿੱਚ ਰੱਖੇ ਨੇ, ਜਿਹੜੀਆਂ ਗੁਰਮਤ ਤੋਂ, ਸਾਨੂੰ ਗੁਰਮਤ ਪੱਧਤੀ ਤੋਂ, ਗੁਰਬਾਣੀ ਸੰਗੀਤ ਤੋਂ। ਕਿਉਂਕਿ ਮੈਂ ਤੁਸੀਂ ਨਾ ਬਹੁਤ ਸੋਹਣੀ ਗੱਲ ਕਰ ਰਹੇ ਸਾਡੇ ਉਸਤਾਦ ਪ੍ਰੋਫੈਸਰ ਜੀਤ ਸਿੰਘ ਜੀ, ਕਿ ਸਾਡੇ ਵਿੱਚ ਇਹ ਬਹੁਤ ਵੱਡੀਆਂ ਇੱਕ ਊਣਤਾਈਆਂ ਨੇ। ਮੈਂ ਜੇ ਸਮਝਦਾ ਨਾ, ਖਿਮਾ ਕਰਨਾ, ਇਹ ਬਹੁਤ ਵੱਡੀਆਂ ਊਣਤਾਈਆਂ ਇੱਕ ਸਿੱਖੀ ਪ੍ਰਚਾਰ ਨੂੰ ਜਾਂ ਸਾਡੇ ਗੁਰਮਤ ਸੰਗੀਤ ਨੂੰ ਅੱਗੇ ਲਿਆਉਣ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੀਆਂ ਸਾਡੀਆਂ ਸ਼੍ਰੋਮਣੀ ਜਿਹੜੀਆਂ ਸੰਸਥਾਵਾਂ ਨੇ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਔਰ ਖਿਮਾ ਕਰਿਓ, ਬਿਲਡਿੰਗਾਂ ਵੀ ਜ਼ਰੂਰੀ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਉਹਦੇ ਨਾਲ ਜਿਹਦੇ ਵਾਸਤੇ ਬਿਲਡਿੰਗਾਂ ਬਣਾਈਆਂ, ਜੇ ਉਹਦੇ ਅੰਦਰ ਕੱਖ ਨਹੀਂ ਹੈਗਾ ਜਾਂ ਕੁਝ ਹੋ ਹੀ ਨਹੀਂ ਰਿਹਾ, ਤਾਂ ਫਿਰ ਬਣਾਉਣ ਦਾ ਕੀ ਫਾਇਦਾ? ਸੋ ਆਪਾਂ ਨੂੰ ਜਿਨ੍ਹਾਂ ਵਾਸਤੇ, ਜਿਹੜੇ ਕਾਰਜਾਂ ਵਾਸਤੇ ਬਿਲਡਿੰਗਾਂ ਬਣਦੀਆਂ, ਉਹ ਕਾਰਜ ਜਿਹਨਾਂ 'ਚ ਉਹ ਪੂਰੇ ਨਹੀਂ ਹੁੰਦੇ, ਤੇ ਸਾਨੂੰ ਵਿਚਾਰਨ ਦੀ ਲੋੜ ਹੈ ਕਿ ਕੀ ਅਸੀਂ ਕਿਉਂ ਅੱਜ ਪਿੱਛੇ ਜਾ ਰਹੇ। ਅਸੀਂ ਕਹਿੰਦੇ ਸਾਡਾ ਪ੍ਰਚਾਰ ਨਹੀਂ ਹੈ ਜੀ, ਸਾਡਾ ਆਹ ਨਹੀਂ ਹੋ ਰਿਹਾ, ਪਰ ਜਿਹੜੀ ਅੰਦਰੂਨੀ ਇੱਕ ਮੈਂ ਸਮਝੂਗਾ ਜਿਹੜੇ ਮਸਲੇ ਨੇ, ਅੰਦਰੂਨੀ ਮਸਲੇ, ਜੇ ਇਹ ਨਿੱਕੇ ਮਸਲੇ ਹੱਲ ਹੋ ਜਾਣ, ਸਾਡੀ ਜਿਹੜੀ ਨੀਂਹ ਹੈ ਉਹ ਵੀ ਬਹੁਤ ਮਜ਼ਬੂਤ ਹੋ ਸਕਦੀ ਹੈ, ਬਹੁਤ ਪੱਕੀ ਹੋ ਸਕਦੀ ਹੈ। ਤੁਸੀਂ ਗੱਲ ਕੀਤੀ ਸਭ ਤੋਂ ਪਹਿਲੇ ਟਕਸਾਲ ਭਾਈ ਮਰਦਾਨਾ ਜੀ ਦੀ ਤੁਸੀਂ ਗੱਲ ਕੀਤੀ ਹੈ, ਜੋ ਕਰਤਾਰਪੁਰ ਤੋਂ, ਉਸ ਤੋਂ ਬਾਅਦ ਇਹ ਟਕਸਾਲਾਂ ਸ਼ੁਰੂ ਹੋਈਆਂ। ਕਿਉਂ ਜੀ? ਕਿ ਬਾਕੀ ਇਹ ਟਕਸਾਲਾਂ ਬਾਕੀ ਸੰਗੀਤ ਪੱਧਤੀਆਂ ਨਾਲੋਂ ਗੁਰਬਾਣੀ ਸੰਗੀਤ ਆਪਣੀ ਇੱਕ ਵੱਖਰੀ ਪਹਿਚਾਣ ਰੱਖਦਾ ਸੀ। ਜੀ ਪਰ ਹੁਣ ਨਹੀਂ ਹੈਗਾ। ਹੁਣ ਬਾਕੀ ਦੀਆਂ ਜਿਵੇਂ ਪੱਧਤੀਆਂ ਨੇ, ਉਹਨਾਂ ਵਿੱਚੋਂ ਸੰਗੀਤ ਇੱਕ ਵੱਖਰੀ ਪਹਿਚਾਣ, ਇੱਕ ਸਾਦੇ ਸ਼ਬਦ ਪੜ੍ਹਨ ਵਾਲਿਆਂ ਵਾਸਤੇ ਦੇ ਕੋਲੇ ਆ ਗਈ ਹੈ। ਸੰਗੀਤ ਦੇ ਪੱਖ ਤੋਂ ਸਾਡੇ ਕੋਲੇ ਉਹ ਨਹੀਂ ਰਹਿ ਗਈ, ਕਿਉਂਕਿ ਉਹਦੇ ਵਿੱਚ ਅਸਥਾਈ, ਅੰਤਰਾ ਸੰਚਾਰੀ ਭੋਗ, ਜੋੜ ਤੇ ਸਮੇਂ ਦਾ ਰਾਗ, ਸਮੇਂ ਦੇ ਨਾਲ ਪਰਿਵਰਤਨ ਹੋਣ ਵਾਲੇ ਰਾਗ, ਸਮੇਂ ਦੇ ਸ਼ਬਦ। ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਪਾਸ ਇੱਕ ਬਹੁਤ ਵੱਡਾ ਮਸੌਦਾ, ਬੜਾ ਵੱਡਾ ਜ਼ਖੀਰਾ ਹੈ ਸੰਗੀਤ ਦਾ, ਜਿਸ ਨੂੰ ਲੋਕ ਲੋਹਾ ਲੈਂਦੇ ਨੇ, ਮੰਨਦੇ ਨੇ ਕਿ ਗੁਰਬਾਣੀ ਸੰਗੀਤ ਦੇ ਵਿੱਚ ਐਡਾ ਕੁਝ ਭਰਿਆ ਪਿਆ, ਕਿੱਥੇ ਗਿਆ? ਕਿਉਂ ਨਹੀਂ ਸਾਡੇ ਕੋਲੇ?
ਜੀ। ਕਿਉਂ ਨਹੀਂ ਅਸੀਂ ਉਹਦੀ ਪ੍ਰਦਰਸ਼ਨੀ ਕਰਾਈ? ਕਿਉਂ ਅਸੀਂ ਉਹਨੂੰ ਇਗਨੋਰ ਕਰੀ Ignore ਕਰੀ ਜਾ ਰਹੇ, ਜਾਂ ਸਾਰੀ ਕਿਉਂ ਜਾ ਉਹਨੂੰ ਰਹੇ। ਧਿਆਨ ਨਹੀਂ ਦੇ ਰਹੇ? ਐਡੇ ਐਡੇ ਵੱਡੇ ਫੰਕਸ਼ਨ ਹੋ ਰਹੇ ਸੰਗੀਤਾਂ ਦੇ ਹੋਰ ਥਾਵਾਂ ਤੇ ਹੋ ਰਹੇ ਆ, ਵੱਡੇ ਵੱਡੇ ਗਵਈਏ ਬੁਲਾਏ ਜਾਂਦੇ, ਸਾਡਾ ਕੀਰਤਨੀਆ ਕਿਉਂ ਨਹੀਂ ਉਹਨਾਂ ਵਿੱਚ ਜਾ ਕੇ ਭਾਗ ਲੈਂਦਾ? ਗੁਰੂ ਨਾਨਕ ਸਾਹਿਬ ਦਾ ਕੀਰਤਨੀਆ ਹੋਵੇ, ਗੁਰੂ ਨਾਨਕ ਸਾਹਿਬ ਦਾ ਰਾਗੀ ਹੋਵੇ, ਉਹ ਰਾਗੀ ਜਾ ਕੇ ਕਿਉਂ ਨਹੀਂ ਉੱਥੇ ਜਾ ਕੇ ਵੱਡੇ ਵੱਡੇ ਰਾਗ ਗਾਉਂਦੇ? ਮੈਨੂੰ ਯਾਦ ਹੈ ਜਦ ਆਪਣਾ ਰਵਿੰਦਰਨਾਥ ਟੈਗੋਰ ਇੱਥੇ ਆਏ ਆ, ਜੀ ਇੱਥੇ ਆਏ ਸ੍ਰੀ ਦਰਬਾਰ ਸਾਹਿਬ, ਜੀ ਤੇ ਭਾਈ ਸੁੰਦਰ ਸਿੰਘ, ਬਾਬਾ ਸੁੰਦਰ ਸਿੰਘ ਜੀ ਐਸੇ ਐਸੇ ਮਹਾਨ ਹਸਤੀ ਹੋਏ ਨੇ, ਉਹਨਾਂ ਦਾ ਕੀਰਤਨ ਸੁਣ ਕੇ ਨੇ ਤਾਂ ਉਹਨੇ ਕਿਹਾ, ਜੀ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਬੰਦਾ ਮੈਨੂੰ ਦੇ ਦਿਓ, ਇਹਨੂੰ ਮੈਂ ਆਪਣੇ ਨਾਲ ਲਿਜਾਣਾ ਚਾਹੁੰਦਾ। ਉਹ ਉਹਨੂੰ ਖਿੱਚਣ ਦੀ ਕੋਸ਼ਿਸ਼ ਕੀਤੀ, ਐਡਾ ਗਾਇਕ ਐਡਾ ਵਧੀਆ ਬੰਦਾ ਹੈ, ਇੱਥੇ ਹੈ, ਮੈਂ ਇਹਨੂੰ ਆਪਣੇ ਨਾਲ ਲਿਜਾਵਾਂ ਤਾਂ ਕਿ ਮੇਰਾ ਵੀ ਉਧਾਰ ਹੋ ਸਕਦਾ। ਮਗਰ ਨਹੀਂ, ਭਾਈ ਸਾਹਿਬ ਦੇ ਫਰਾਖਤ ਲਈ ਦਿਖਾਉਂਦੇ ਇਹ ਗੱਲ ਕਹੀ, ਮੈਂ ਨਹੀਂ, ਮੈਂ ਗੁਰੂ ਰਾਮਦਾਸ ਦਾ ਕੀਰਤਨੀ ਹਾਂ, ਮੈਂ ਇੱਥੋਂ ਨਹੀਂ ਜਾ ਸਕਦਾ, ਮੈਂ ਇੱਥੇ ਕੀਰਤਨ ਕਰਾਂਗਾ। ਵਾਹ ਵਾਹ। ਤੇ ਐਸੇ ਗਾਇਕ ਤੁਸੀਂ ਦੇਖੋ ਕਿੱਥੇ ਪਹੁੰਚਾ ਦਿੱਤਾ। ਧੰਨ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਗਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਜਿੱਥੇ ਕੀਰਤਨ ਦੀ ਜਿਹੜੀ ਪਰੰਪਰਾ ਸੀ, ਮੈਂ ਕਹਿੰਦਾ ਉੱਥੋਂ ਪ੍ਰਾਰੰਭ ਹੋਈ। ਤੇ ਥੋੜੀ ਜੀ ਤੁਸੀਂ ਗੱਲ ਕੀਤੀ ਭਾਈ ਸੁੰਦਰ ਸਿੰਘ ਜੀ ਦੀ। ਹੁਣ ਗੱਲਾਂ ਵਿਚਾਰਾਂ ਤਾਂ ਬਹੁਤ ਕਰਨ ਵਾਲੀਆਂ ਨੇ, ਪਰ ਆਪਾਂ ਨੂੰ ਜੇ ਅਗਲਾ ਐਪੀਸੋਡ ਵੀ ਨੈਕਸਟ ਵੀਕ ਦਾ ਵੀ ਕਰਨਾ ਪਿਆ, ਕਿਉਂਕਿ ਗੱਲਾਂ ਬਹੁਤ ਵਿਚਾਰਨ ਵਾਲੀਆਂ ਨੇ। ਸੋ ਤੁਸੀਂ ਵੀ, ਅਗਰ ਮੈਂ ਕਹੂੰਗਾ ਕਿਸੇ ਮੇਰੇ ਵੀਰ ਭੈਣ ਭਾਈ ਨੇ ਵੀ ਕੋਈ ਗੱਲ ਕਰਨੀ ਹੈ ਜਾਂ ਵਿਚਾਰ ਕਰਨੀ ਹੈ, ਤੁਸੀਂ ਸਾਂਝ ਪਾਣੀ ਹੈ, ਤਾਂ ਤੁਸੀਂ ਆ ਸਕਦੇ ਹੋ। ਲਾਈਨਾਂ ਵਾਸਤੇ ਖੁੱਲੀਆਂ ਨੇ, ਤੁਹਾਡਾ ਅਸੀਂ ਸਵਾਗਤ ਕਰਾਂਗੇ, ਜੀ ਆਇਆਂ ਆਖਾਂਗੇ। ਤੇ ਮੈਂ ਆਪ ਜੀ ਨਾਲ ਥੋੜ੍ਹਾ ਇੱਕ ਵਿਚਾਰ ਸਾਂਝੀ ਕਰਾਂਗਾ ਜੋ ਮੇਰੇ ਇਸ ਵੇਲੇ ਮਨ 'ਚ ਆ ਰਿਹਾ, ਕਿ ਸਾਡੇ ਦਰਬਾਰ ਸਾਹਿਬ ਜਿਹੜਾ ਕੀਰਤਨ ਹੁੰਦਾ ਸੀ ਪੰਚਮ ਪਾਤਸ਼ਾਹ ਵੇਲੇ ਜੋ ਪ੍ਰਾਰੰਭ ਹੋਇਆ, ਉਹਦੀ ਕੀ ਪਰੰਪਰਾ ਕੀ ਸੀ? ਥੋੜ੍ਹਾ ਜਿਹਾ ਉਹਦੇ ਬਾਰੇ ਸੰਗਤਾਂ ਨੂੰ ਹੋ ਸਕਦਾ ਨਾ ਪਤਾ ਹੋਵੇ, ਬਹੁਤ ਇਹਨੂੰ ਪਤਾ ਵੀ ਹੋਵੇ, ਕੀ ਪਰੰਪਰਾ ਸੀ ਸਾਡਾ ਕੀਰਤਨ, ਕਿੱਦਾਂ ਦਾ ਸੀ, ਕੈਸਾ ਸੀ, ਉਹਦੀ ਪਰੰਪਰਾ ਕੀ ਸੀ? ਜਦੋਂ ਇਹਨਾਂ ਨੇ ਰਬਾਬੀਆਂ ਨੇ ਨਾ ਕੀਤੀ ਜੀ ਵੀ ਅਸੀਂ ਕੀਰਤਨ ਨਹੀਂ ਕਰਨਾ ਜੀ, ਪਰ ਇਹ ਗੱਲ ਹੈ ਖੇਡ ਕਰਤਾ ਪੁਰਖ ਦੀ ਹੋਈ। ਉਹਨਾਂ ਨੇ ਇਹ ਗੱਲ ਕਹੀ ਵੀ ਜੇ ਸਾਡੇ ਪੁਰਖੇ ਨਾਨਕ ਦੇ ਨਾਲ ਨਾ ਹੁੰਦੇ ਤੇ ਉਹਨਾਂ ਦਾ ਵੀ ਏਦਾਂ ਗੁੱਡੀ ਨਹੀਂ ਸੀ ਚੜ ਸਕਦੀ। ਹੋ ਗਿਆ, ਇਹ ਉਹਨਾਂ ਦਾ ਉਧਾਰ ਹੋਣਾ ਸੀ ਕਿਸੇ ਕਾਰਨ। ਗੁਰੂ ਅਰਜਨ ਸਾਹਿਬ ਨੇ ਉਹਨਾਂ ਸਿੱਖਾਂ ਨੂੰ ਕਿਹਾ ਵੀ ਨਹੀਂ ਆਂਦੇ ਭਾਈ ਗੁਰਮੁਖੋ। ਆਪਣੇ ਕੋਲ ਇੱਕ ਆ ਗਈ ਹੈ, ਤੇ ਆਪਾਂ ਪਹਿਲਾਂ ਦੇਖ ਲੈਂਦੇ ਸਾਡੇ ਨਾਲ ਕਿਹੜੇ ਵੀਰ ਭੈਣ ਭਾਈ ਗੱਲਬਾਤ ਕਰਨਾ ਚਾਹੁੰਦੇ ਨੇ, ਤੇ ਸਵਾਗਤ ਕਰਾਂਗੇ ਜੀ ਅਕਾਲ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਸਵਾਗਤ ਹੈ ਅਕਾਲ ਚੈਨਲ। ਕੌਣ ਸਾਹਿਬ ਬੋਲ ਰਹੇ? ਮੈਂ ਪ੍ਰੋਫੈਸਰ ਮਨੋਜ ਸਿੰਘ ਬੋਲਦਾ ਜੀ। ਅੱਛਾ ਪ੍ਰੋਫੈਸਰ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ। ਆਪਣੇ ਉਸਤਾਦ ਜੀ, ਵੱਡੇ ਵੀਰ ਜੀ, ਮੇਰੇ ਗੁਰੂ ਭਾਈ ਸਾਹਿਬ ਜੀ, ਮੈਂ ਇਹਨਾਂ ਦੇ ਚਰਨਾਂ 'ਚ ਨਮਸਕਾਰ ਕਰਦਾ। ਤੇ ਜਿਹੜੀ ਗੱਲਾਂ ਮੈਂ ਸੁਣ ਰਿਹਾ ਆਪ ਜੀ ਦੀਆਂ ਤੇ ਉਸਤਾਦ ਜੀ ਦੀਆਂ, ਜੀ ਇਹਦੇ ਵਿੱਚ ਜਿਹੜੀਆਂ ਇਹਨਾਂ ਦੇ ਅਖੀਰ ਦੇ ਹੁਣ ਤੁਸੀਂ ਟੌਪ ਤੇ ਲਿਆ ਕੇ ਗੱਲ ਕੀਤੀ ਹੈ, ਇਹ ਮਸਲੇ ਜਿਵੇਂ ਤੁਸੀਂ ਸਾਂਝੇ ਮਸਲੇ ਆ, ਇਹਦਾ ਵਿੱਚ ਇਹ ਵੀ ਮਸਲਾ ਹੈ ਜੋ ਇਹਨਾਂ ਨੇ ਹੋਰ ਹੁਕਮ ਕੀਤਾ ਨਾ ਜੀ ਐਜੀਆਂ ਵੱਡੀਆਂ ਮਤਲਬ ਬਿਲਡਿੰਗਾਂ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਬਣਾਤੀਆਂ, ਤੇ ਪਰ ਵਿੱਚ ਜਿਹੜੇ ਸੀਗੇ ਨਾ ਜਿਨ੍ਹਾਂ ਨੇ ਉਹਦੇ ਵਿੱਚ ਆਪਾਂ ਪਨੀਰੀ ਅੱਗੇ ਲਿਆਏ ਸੀ, ਉਹ ਨਹੀਂ ਉਹ ਕਰ ਦਿੱਤੀ। ਹਾਂਜੀ, ਇਹ ਅੱਜ ਹਿਸਾਬ ਹੋ ਰਿਹਾ ਸਾਰੇ ਗੁਰਦੁਆਰਿਆਂ ਦੇ ਇੱਥੇ ਵੱਡੀਆਂ ਵੱਡੀਆਂ, ਤੁਸੀਂ ਕਿਸੇ ਸ਼ਹਿਰ 'ਚ ਕਿਸੇ ਦੇਸ਼ 'ਚ ਚਲੇ ਜਾਓ, ਇੰਨੀਆਂ ਦੀਆਂ ਵੱਡੀਆਂ ਇਹਨਾਂ ਨੇ ਬਿਲਡਿੰਗਾਂ ਬਣਾ ਰਹੀਆਂ, ਪਰ ਉਹਨਾਂ ਦੇ ਅੰਦਰ ਕੀਰਤਨ ਨਾ ਤੇ ਕੋਈ ਇਹਨਾਂ ਨੂੰ ਸਿਖਾਉਣ ਵਾਲਾ ਮਿਲਦਾ, ਤੇ ਨਾ ਉੱਥੇ ਬੱਚਿਆਂ ਨੂੰ ਕੀਰਤਨ। ਸਿਰਫ ਇਹਨਾਂ ਨੇ ਪੈਸੇ ਦੀ ਇੱਕ ਦੁਕਾਨਦਾਰੀ ਖੋਲੀ ਹੈ। ਫਿਰ ਦੇਖੋ ਇਹ ਟਕਸਾਲਾਂ ਮੇਰੇ ਉਸਤਾਦ ਜੀ ਨੇ ਦੱਸੀਆਂ ਹੁਣੇ, ਜਿਹੜੀਆਂ ਟਕਸਾਲਾਂ ਸੀ ਬਣੀਆਂ, ਇਹਨਾਂ ਤੋਂ ਅੱਗੇ ਸਾਰਾ ਵਾਧਾ ਸੀ, ਪਰ ਇੱਥੇ ਜਿਹੜੇ ਬੰਦੇ ਨੇ ਇਹ ਦੱਸੋ ਤੁਸੀਂ ਕਿਸੇ ਟਕਸਾਲ ਦੇ ਵਿੱਚ ਹਿੱਸਾ ਵੀ ਨਹੀਂ ਲਿਆ ਹੋਇਆ ਹੋਵੇ, ਤੇ ਉਹ ਸੰਥਿਆ ਦੇਣ ਲੱਗ ਪਏ ਗੁਰਦੁਆਰਿਆਂ ਦੇ ਵਿੱਚ। ਸਿਰਫ ਕੀ ਕਰਦੇ ਆ, ਉੱਥੋਂ ਗੋਗਲਸ ਇੰਡੀਆ ਤੋਂ ਇੱਥੇ ਆ ਕੇ, ਇਹ ਮੈਂ ਕਿਸੇ ਦੀ ਦਿੰਦਾ ਨਹੀਂ, ਮੈਂ ਆਪਣੇ ਉਸਤਾਦ ਜੀ ਦੀ ਗੱਲ ਦੀ ਤਾਇਦ ਕਰਨ ਲੱਗਾ, ਤੇ ਇੱਥੇ ਆਉਂਦੇ ਆ, ਉਹਨਾਂ ਨੂੰ ਕੋਈ ਨਹੀਂ ਮਿਲਦਾ, ਤੇ ਗੁਰਦੁਆਰਿਆਂ ਦੇ ਉਹ ਕਹਿੰਦੇ ਤੈਨੂੰ ਅਸੀਂ 85 ਪਾਉਂਡ ਦੇ ਦਾਂਗੇ, 90 ਪਾਉਂਡ ਦਾਂਗੇ, ਤੇ ਤੂੰ ਇੱਥੇ ਤੇ ਜਦ ਕਿ ਰੇਟ ਜਿਹੜਾ ਤੁਸੀਂ ਵੇਖੋ ਕਿੰਨਾ ਰੇਟ ਗਵਰਨਮੈਂਟ ਕਿੰਨਾ ਦਿੰਦੀ ਹੈ ਕਿ ਘੰਟੇ ਦਾ ਕਿੰਨਾ, ਤੇ ਇਹ ਸਾਰਾ ਦਿਨ ਗ੍ਰੰਥੀ ਦੀ ਅਸੀਂ ਚਾਚੀ ਕਰਦੇ, ਤੇ ਗ੍ਰੰਥੀ ਵੀ ਇਹੋ ਜਿਹੇ ਰੱਖਦੇ ਆ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੈ, ਨਾ ਕੋਈ ਗੱਲ। ਮੈਂ 1970 ਦੇ ਵਿੱਚ ਸਰਦਾਰ ਸੋਹਣ ਸਿੰਘ ਜੀ ਦਾ ਸ਼ਾਗਿਰਦ ਬਣਿਆ ਸੀ, ਜਿਨ੍ਹਾਂ ਦਾ ਮੈਨੂੰ ਅੱਜ ਮਾਣ ਹੈ, ਜਿਹੜੇ ਸਾਰੇ ਹਿੰਦੂ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਂ। ਤੇ ਮੇਰੇ ਉਸਤਾਦ ਜੀ ਪ੍ਰੋਫੈਸਰ ਜਿਹੜੇ ਆਪਣੇ ਰਣਜੀਤ ਸਿੰਘ ਜੀ, ਇਹਨਾਂ ਦੀ ਮੈਂ ਜਵਾਨੀ ਵੇਖੀ ਹੈ ਜੀ। ਮੈਂ ਜਦੋਂ ਉਸਤਾਦ ਜੀ ਲੁਧਿਆਣੇ ਉਹਨਾਂ ਦੇ ਕੋਠੀ 'ਚ ਰਹਿੰਦਾ ਹੁੰਦਾ ਸੀ, ਉਹਨਾਂ ਕੋਲ 3 ਸਾਲ, ਮੈਂ 4 ਸਾਲ ਫਕੀਰ ਬਣਿਆ ਰਿਹਾ, ਤੇ ਉਦੋਂ ਮੈਂ ਇਹਨਾਂ ਦੀ ਚਰਚ ਵੇਖੀ ਸੀ। ਇਹਨਾਂ ਦੀ ਉਹ ਸੂਟ ਬੂਟ ਪਾਇਆ ਹੁੰਦਾ ਸੀ, ਔਰ ਮੇਰੀਆਂ ਉਸਤਾਦ ਜੀ ਦੀਆਂ ਦੋਨੋਂ ਬੱਚੀਆਂ ਇਹਨਾਂ ਕੋਲ ਸਿੱਖਦੀ, ਤੇ ਹੋਰ ਬਹੁਤ ਸਾਰੇ ਸਿੱਖਦੇ ਹੁੰਦੇ ਸੀ ਲੁਧਿਆਣੇ ਗਵਰਨਮੈਂਟ ਕਾਲਜ ਫਾਰ ਵੂਮਨ ਦੇ ਵਿੱਚ ਜੀ।
ਮੈਂ ਇਹਨਾਂ ਦੇ ਉਦੋਂ ਦੇ ਨਜ਼ਾਰੇ ਵੇਖੇ। ਪਰ ਮੇਰੀ ਕਿਸਮਤ ਬਹੁਤ ਹੀ ਚੰਗੀ ਹੈ ਜਿਹੜੇ ਮੈਨੂੰ ਅੱਜ ਇੱਥੇ ਮੇਰੇ ਬੱਚੇ, ਮੈਂ ਰਾਮਗੜ੍ਹੀਆ ਗੁਰਦੁਆਰਾ ਫੌਜੀ ਰੋਡ ਤੇ ਸਿਖਾਉਂਦਾ ਰਿਹਾ, ਤੇ ਉੱਥੋਂ ਦੇ ਬੱਚਿਆਂ ਨੇ ਮੈਨੂੰ ਦੱਸਿਆ ਵੀ ਤੁਹਾਡੇ ਵੱਡੇ ਗੁਰ ਭਾਈ ਆਏ ਸਾਹਿਬ, ਤੁਸੀਂ ਮਿਲਣਾ ਚਾਹੁੰਦੇ। ਮੈਂ ਤੇ ਇਹਨਾਂ ਦੇ ਦਰਸ਼ਨ ਕਰਕੇ ਬਾਬਾ ਬਾਬ ਹੋ ਗਿਆ ਜੀ। ਅੱਜ ਸੁਣ ਕੇ ਨਿਹਾਲ ਹੋ ਗਿਆ। ਇਹਨਾਂ ਦੇ ਮੂੰਹ ਦੇ ਵਿੱਚੋਂ ਜਿਹੜੇ ਮੁਖਾਰਬਿੰਦ ਵਿੱਚੋਂ ਜਿਹੜੇ ਲਫ਼ਜ਼ ਨਿਕਲ ਜਾਂਦੇ ਆ ਸੰਗੀਤ ਦੇ, ਮੇਰਾ ਰੋਣਾ ਨਿਕਲਦਾ ਜਾਂਦਾ। ਮੈਂ ਇੰਨੇ ਮਹਾਨ ਕਲਾਕਾਰ ਦੇ ਅੱਜ ਮੈਂ ਦਰਸ਼ਨ ਕੀਤੇ, ਮੇਰਾ ਜੀਵਨ ਸਫਲ ਹੋ ਗਿਆ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਵੀਰ ਜੀ, ਫਿਰ ਆਪਾਂ ਮਿਲਾਂਗੇ। ਬਹੁਤ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਨਮਸਕਾਰ ਕਰ ਦਿਓ। ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਮਨੋਹਰ ਸਿੰਘ ਸੀਗੇ ਜੀ, ਇਹਨਾਂ ਨੇ ਗੱਲ ਉਸਤਾਦਾਂ ਦੀ ਉਸਤਾਦ ਸੋਹਣ ਸਿੰਘ ਉਹਨਾਂ ਦੀ ਕੀਤੀ ਹੈ। ਉਸਤਾਦ ਬੜੇ ਮਹਾਨ ਉਸਤਾਦ ਉਸਤਾਦ ਸੋਹਣ ਸਿੰਘ ਜੀ ਸਾਡੇ ਸਿੱਖ ਕੌਮ 'ਚ ਹੋਏ ਨੇ ਸੰਗੀਤ ਦੇ ਔਰ ਗੁਰਮਤਿ ਸੰਗੀਤ ਦੇ ਬਹੁਤ ਹੀ ਇੱਕ ਨਾਮਵਰ ਉਸਤਾਦ ਨੇ। ਇਕੱਲੇ ਪੰਜਾਬ ਦੇ ਘਰਾਣੇ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਘਰਾਣੇ ਨੇ ਇਹ ਦਿੱਲੀ ਘਰਾਣਾ, ਬਨਾਰਸ ਘਰਾਣਾ, ਹੋਰ ਬਹੁਤ ਸਾਰੇ ਘਰਾਣੇ ਦੀ ਗੱਲਾਂ ਉਹ ਤਾਂ ਇਹ ਗੱਲਾਂ ਲੰਮੀਆਂ ਨੇ, ਪਰ ਇੱਕ ਪੰਜਾਬ ਘਰਾਣੇ ਦੇ ਮਹਾਨ ਉਸਤਾਦ ਸੋਹਣ ਸਿੰਘ ਜੀ, ਪਰਮਾਤਮਾ ਉਹਨਾਂ ਨੂੰ ਸਰਗਾਂ 'ਚ ਵਾਸਾ ਦੇਵੇ। ਸੋ ਉਹਨਾਂ ਦੇ ਇਹ ਗੱਲ ਕਰ ਰਹੇ ਸੀ, ਉਹਨਾਂ ਸ਼ਾਗਿਰਦ ਤੇ ਸਾਡੇ ਆਪਣੇ ਪ੍ਰੋਫੈਸਰ ਰਣਜੀਤ ਸਿੰਘ ਜੀ ਵੀ, ਇਹ ਵੀ ਉਹਨਾਂ ਦੇ ਹੀ ਸ਼ਾਗਿਰਦ ਨੇ। ਬਹੁਤ ਵੱਡੀ ਉਹਨਾਂ ਦੀ ਦੇਣ ਹੈ ਕੌਮ ਨੂੰ, ਪਰ ਤਰਾਸਦੀ ਇੱਕ ਇਹ ਹੀ ਹੈ ਕਿ ਸਾਡੀ ਕੌਮ ਨੇ ਕੋਈ ਵੀ ਉਹਨਾਂ ਦੀ ਪੈਰਵਾਈ ਨਹੀਂ ਕੀਤੀ। ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਕੋਈ ਉਹਨਾਂ ਦੀ ਯਾਦਗਾਰੀ ਨਹੀਂ, ਕੋਈ ਐਸਾ ਇੰਸਟੀਚਿਊਟ ਨਹੀਂ ਬਣਾਇਆ ਤਾਂ ਕਿ ਉਹਨਾਂ ਨੂੰ ਲਗਾਤਾਰ ਜਾਰੀ ਰੱਖ ਸਕੀਏ, ਉਹਨਾਂ ਨੂੰ ਯਾਦ ਕੀਤਾ ਜਾ ਸਕੇ ਔਰ ਅੱਗੇ ਕੋਈ ਬੱਚੇ ਤਿਆਰ ਕੀਤੇ ਜਾ ਸਕਣ। ਸੋ ਆਪਾਂ ਗੱਲ ਕਰ ਰਹੇ ਸੀਗੇ, ਆਪਣਾ ਪੁਆਇੰਟ 'ਤੇ ਆਈਏ ਕਿ ਪੰਚਮ ਪਾਤਸ਼ਾਹ ਨੇ ਜਦੋਂ ਪੰਜ ਪਾਤਸ਼ਾਹ ਨੇ ਜੀ ਜੀ ਆਪਣੇ ਸ੍ਰੀ ਹਰਿਮੰਦਰ ਸਾਹਿਬ ਆ ਕੇ ਜੀ ਪੁਰਾਤਨ ਸਿੰਘ ਜਿਹੜੇ ਸੀਗੇ, ਬਾਬਾ ਬੁੱਢਾ ਜੀ, ਮੋਖਾ ਜੀ, ਬਾਬਾ ਪੈੜਾ ਜੀ, ਉਹ ਜਿਹੜੇ 5 ਪੁਰਾਤਨ ਸਿੰਘ ਸੀ ਨਾ, ਜੀ ਜੀ ਉਹਨਾਂ ਨੂੰ ਗੁਰੂ ਸਾਹਿਬ ਨੇ ਥਾਪੜਾ ਦਿੱਤਾ, ਕਹਿਣ ਲੱਗੇ ਸਿੱਖੋ ਤੁਸੀਂ ਕੀਰਤਨ ਕਰੋ ਜੀ। ਥਾਪੜਾ ਜਿਨ੍ਹਾਂ ਨੂੰ ਦਿੱਤਾ ਉਹ ਕੀਰਤਨ ਉਸ ਦਿਨ ਤੋਂ ਹੀ ਸ਼ੁਰੂ ਨਹੀਂ ਕਰਨ ਲੱਗੇ। ਅਸੀਂ ਕਈ ਗੱਲਾਂ ਭੁਲੇਖੇ 'ਚ ਰੱਖ ਲੈਂਦੇ ਹਾਂ। ਗੁਰੂ ਘਰ ਵਿੱਚ ਕੀਰਤਨ ਗੁਰੂ ਨਾਨਕ ਤੋਂ ਮੁੱਢ ਤੋਂ ਚੱਲਿਆ ਆ ਰਿਹਾ ਸੀ। ਉਹ ਤਰਜਾਂ ਧੁਨਾਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਉਹਨਾਂ ਦੇ ਹਿੱਸੇ ਵਿੱਚ, ਉਹਨਾਂ ਦੇ ਵਿਰਸੇ ਵਿੱਚ, ਉਹਨਾਂ ਦੇ ਕੰਠ ਵਿੱਚ ਸੀਗੀਆਂ। ਮਗਰ ਇੱਕ ਗੁਰੂ ਸਾਹਿਬ ਦਾ ਹੁਕਮ ਹੋਇਆ, ਜਦੋਂ ਗੁਰੂ ਸਾਹਿਬ ਨੇ ਪੰਜਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਕੀਰਤਨ ਆਰੰਭ ਕਰੋ ਸਿੱਖੋ, ਕੋਈ ਗੱਲ ਨਹੀਂ, ਗੁਰੂ ਭਲੀ ਕਰੇਗਾ। ਉਹਨਾਂ ਨੇ ਕੀਰਤਨ ਸ਼ੁਰੂ ਕੀਤਾ। ਉੱਥੋਂ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਵੀ ਸਿੱਖ ਜਗਤ ਨੂੰ ਗੁਰੂ ਸਾਹਿਬ ਨੇ ਪ੍ਰੇਰਨਾ ਕਰਕੇ ਦਿੱਤੀ, ਮਗਰ ਗੁਰੂ ਸਾਹਿਬ ਨੇ ਇਹ ਨਹੀਂ ਸੀ ਕਿਹਾ ਕਿ ਤੁਸੀਂ ਮੁੜ ਕੇ ਸਿੱਖਿਓ ਨਾ, ਵੀ ਜਦੋਂ ਜੀ ਆਏ ਵਾਜਾ ਚੱਕ ਕੇ ਤੁਸੀਂ ਪੜ੍ਹਨ ਲੱਗ ਜਾਓ, ਜਦੋਂ ਜੀ ਆਏ ਤੁਸੀਂ ਕਰਨ ਲੱਗ ਜਾਓ। ਕਿਰਪਾ ਰਹਿਮਤ ਕਿਸੇ ਗੱਲ ਨਾਲ ਹੁੰਦੀ ਹੈ, ਬਖਸ਼ਿਸ਼ ਕਿਸੇ ਗੱਲ ਨਾਲ ਹੁੰਦੀ ਹੈ। ਤੁਸੀਂ ਕਿਸੇ ਨੂੰ ਕਿਸੇ ਗੱਲ ਨਾਲ ਰਜਾਓਗੇ ਤਾਂ ਉਹ ਤੁਹਾਡੇ ਤੇ ਪ੍ਰਸੰਨ ਹੋਏਗਾ, ਪ੍ਰਸੰਨ ਹੋਏਗਾ ਤਾਂ ਤੁਹਾਨੂੰ ਅਸੀਸ ਦੇਗਾ। ਜਦ ਉਹ ਅਸੀਸ ਉਹਨਾਂ ਨੂੰ ਮਿਲੀ ਤਾਂ ਉਹ ਕੀਰਤਨੀਏ ਕਵਾਏ। ਤੇ ਉਸ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਚੌਂਕੀਆਂ ਦਾ ਸ਼ੁਰੂ ਹੋ ਗਿਆ ਜੀ। ਅਸੀਂ ਰੋਜ਼ ਅਰਦਾਸ ਵਿੱਚ ਪੜ੍ਹਦੇ ਹਾਂ ਚੌਂਕੀਆਂ ਝੰਡੇ। ਉਹ ਚੌਂਕੀਆਂ ਕਿਤੇ ਕੜਾਹ ਪ੍ਰਸ਼ਾਦ ਰੱਖਣ ਵਾਲੀਆਂ ਨਹੀਂ ਜੀ, ਚੌਂਕੀਆਂ 4 ਬੰਦਿਆਂ ਦੀਆਂ, 4 ਬੰਦਿਆਂ ਦਾ ਜਥਾ ਹੁੰਦਾ ਸੀ। ਉਹ ਚੌਂਕੀ ਕਰਦਾ ਸੀ, ਚੌਂਕੜੀ ਮਾਰ ਕੇ ਕੀਰਤਨ ਕਰਦੇ ਸੀਗੇ। ਤੇ ਉਹ ਕੀਰਤਨ ਸਮੇਂ ਦਾ ਹੁੰਦਾ ਸੀ। ਕਿੰਨੀਆਂ ਚੌਂਕੀਆਂ ਹੁੰਦੀਆਂ ਸੀਗੀਆਂ? ਸੋਦਰ ਦੀ ਚੌਂਕੀ, ਬਿਰਾਵਲ ਦੀ ਚੌਂਕੀ, ਅੱਛਾ ਜੀ, ਕਲਿਆਣ ਦੀ ਚੌਂਕੀ, ਸੋਹਲੇ ਦੀ ਚੌਂਕੀ, ਜੀ ਜੀ, ਸੋਦਰ ਦੀ ਚੌਂਕੀ, ਇਸ ਤਰ੍ਹਾਂ ਚੌਂਕੀਆਂ ਦੇ ਨਾਮ ਸਨ, ਚਲਦੇ ਸੀਗੇ। ਤੇ ਜਿਸ ਬੰਦੇ ਨੂੰ ਅਸੀਂ ਪੁੱਛਦੇ ਸੀਗੇ ਵੀ ਤੂੰ ਅੱਜ ਤੇਰੀ ਵਾਰੀ ਕਿੰਨੇ ਵਜੇ ਜਾਣਾ, ਉਹਨੂੰ ਟਾਈਮ ਦੱਸਣ ਦੀ ਨਹੀਂ ਸੀ ਲੋੜ ਪੈਂਦੀ। ਉਹ ਕਹਿੰਦੇ ਸੀ ਮੇਰੀ ਅੱਜ ਬਿਲਾਵਲ ਦੀ ਚੌਂਕੀ ਹੈ, ਪਤਾ ਕਿੰਨੇ ਟਾਈਮ ਤੇ ਲੱਗਣੀ, ਇੰਨੇ ਵਜੇ ਟਾਈਮ ਫਿਕਸ ਹੋਏ ਸੀ ਸਾਰੇ ਟਾਈਮ ਫਿਕਸ। ਫਿਰ ਉਸ ਚੌਂਕੀਆਂ ਦੇ ਵਿੱਚ ਉਹੀ ਸ਼ਬਦ ਉਸੇ ਹੀ ਰਾਗ ਦਾ ਗਾਇਆ ਜਾਂਦਾ ਸੀ, ਉਹਦਾ ਆਨੰਦ ਮਾਣਿਆ ਜਾਂਦਾ ਸੀ। ਤੇ ਆਨੰਦ ਜਿਹੜਾ ਉਹਦੇ ਚੋਂ ਉਮੜਦਾ ਸੀ ਕਿਵੇਂ, ਉਹੀ ਧੁਨ ਜਿਹੜੀ ਹੈ, ਅਸੀਂ ਅੱਜ ਸਾਇੰਸ ਇੰਨੀ ਤਰੱਕੀ ਕਰ ਚੁੱਕੀ ਹੈ, ਉਹੀ ਧੁਨ ਪਾਣੀ ਵਿੱਚ ਜਾਂਦੀ ਹੈ, ਉਹ ਪਾਣੀ ਦੀਆਂ ਤਰਾਸ਼ਾਂ ਦੇ ਨਾਲ ਉੱਪਰ ਉੱਠਦੀ ਹੈ। ਜਦ ਉੱਪਰ ਉੱਠਦੀ ਹੈ ਸਾਰਾ ਵਾਯੂਮੰਡਲ ਵਾਤਾਵਰਨ। ਹੋਰ ਹਰਿਮੰਦਰ ਸਾਹਿਬ ਗੁਰੂ ਸਾਹਿਬ ਪੁੱਛਿਆ ਸੀ ਨਾ ਉਹਨਾਂ ਨੇ ਵੀ ਮਹਾਰਾਜ ਐਡੇ ਤਲਾਬ ਬਣੇ, ਐਡੇ ਮੰਦਰ ਹੋਰ ਬਣੇ ਆ, ਇਹ ਬਣਾਉਣ ਦੀ ਕਿਉਂ? ਕਹਿੰਦੇ ਨਹੀਂ, ਇਹ ਹਰਿਮੰਦਰ ਉਹ ਹਰਿਮੰਦਰ ਨਹੀਂ ਜਿਹਨਾਂ ਹਰਿਮੰਦਰਾਂ ਦੀ ਤੁਸੀਂ ਗੱਲ ਕਰੋ। ਇਹ ਹਰਿਮੰਦਰ ਹਰੀ ਦਾ ਮੰਦਰ ਹੈ, ਇੱਥੇ ਬਾਣੀ ਦੀ ਧੁਨਾਂ ਦਾ ਉਹ ਪ੍ਰਸਾਰਨ ਹੋਏਗਾ। ਤੇ ਉਹ ਬਾਣੀ ਦੀਆਂ ਧੁਨਾਂ ਦਾ ਪ੍ਰਸਾਰਨ ਉਦੋਂ ਜਿਹੜੇ ਕੀਰਤਨੀਏ ਕਰਦੇ ਸੀ, ਜਿਵੇਂ ਬਾਬਾ ਸ਼ਾਮ ਸਿੰਘ ਜੀ ਹੋਏ, ਬਾਬਾ ਮਨਸ਼ਾ ਸਿੰਘ ਜੀ ਹੋਏ, ਬਾਬਾ ਸੁੰਦਰ ਸਿੰਘ ਜੀ ਹੋਏ, ਐਸੇ ਲੋਕ ਕੀਰਤਨ ਕਰਦੇ ਠੰਡਾ ਪਾ ਦਿੰਦੇ ਸਨ। ਕਿਉਂ ਕਿ ਜਿਸ ਸ਼ਬਦ ਦੇ ਅਰਥ ਭਾਵ ਸੁਰਾਂ ਰਾਹੀਂ ਹੋ ਜਾਣੇ ਆ। ਬਾਣੀ ਦਾ ਸ਼ਬਦ ਸਥਾਈ ਅੰਤਰਾ ਜਿਹੜਾ ਹੈ ਨਾ ਜੀ, ਰਹਾਉ ਨੂੰ ਲੈ ਕੇ ਸਥਾਈ ਅੰਤਰਾ ਜਿਹੜਾ ਹੈਗਾ ਉਹ ਬਿਆਨ ਕਰਦਾ ਹੈ। ਤੇ ਉਸੇ ਤਰ੍ਹਾਂ ਹੀ ਉਹ ਬੰਦੇ ਦੇ ਮਨੁੱਖ ਦੇ ਅੰਦਰੋਂ
ਟੁੰਬਿਆ ਜਾਂਦਾ ਹੈ। ਜਿਹੜੀ ਲਾਈਨ ਵੀ ਉਹ ਗਾਏਗਾ ਉਹ ਲਾਈਨ ਟੁੰਬਦੀ ਜਾਏਗੀ। ਅੱਜ ਸਾਨੂੰ ਕੋਈ ਲਾਈਨ ਟੁੰਬਦੀ ਨਹੀਂ, ਇਸ ਲਈ ਸਾਡੇ ਤੇ ਬਾਣੀ ਦਾ ਅਸਰ ਨਹੀਂ ਹੈਗਾ। ਤੇ ਬਾਣੀ ਦਾ ਅਸਰ ਕਰਨ ਵਾਸਤੇ ਪਹਿਲਾਂ ਬਾਣੀ, ਮੈਨੂੰ ਯਾਦ ਹੈ ਪੁਰਾਤਨ ਬਜ਼ੁਰਗ ਕੀਰਤਨੀਏ ਸਾਰੇ ਨਿਤਨੇਮੀ, ਪ੍ਰੇਮੀ, ਬਾਣੇ ਨਾਲ ਪਿਆਰ ਰੱਖਣ ਵਾਲੇ ਸੀ। ਅੱਜ ਬਾਣੀ ਦੇ ਨਾਲ ਵੀ ਪਿਆਰ ਤਾਂ ਨਹੀਂ ਹੈਗਾ, ਉਹ ਸਿਰਫ ਮਤਲਬੀ ਪਿਆਰ ਹੈ। ਬਾਣੇ ਨਾਲ ਪਿਆਰ ਵੀ ਨਹੀਂ ਹੈਗਾ, ਉਹ ਵੀ ਮਤਲਬੀ ਹੈ। ਸਮਾਂ ਆਵੇ ਤਾਂ ਕਰ ਲੈਣੇ, ਨਹੀਂ ਤਾਂ ਨਹੀਂ ਕਰਦੇ। ਆਪਾਂ ਇੱਕ ਕੋਲ ਆ ਗਈ ਹੈ ਤੇ ਆਪਾਂ ਚੱਲਦੇ ਕਾਲ ਵੱਲ ਤੇ ਸਵਾਗਤ ਕਰਾਂਗੇ ਜੀ ਅਕਾਲ ਚੈਨਲ ਤੇ। ਧੰਨਵਾਦ ਹੈ ਜੀ। ਵਾਹਿਗੁਰੂ ਜੀ ਖਾਲਸਾ ਵਾਸਤੇ ਜੀ। ਹਾਂਜੀ, ਹੈਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੌਣ ਬੋਲ ਰਹੇ ਜੀ? ਮੈਂ ਹਰਵਿੰਦਰ ਕੌਰ ਬੋਲਦੀ ਹਾਂ ਕੋਵੈਂਟਰੀ ਤੋਂ। ਹਾਂ, ਅੱਛਾ ਜੀ, ਹਰਵਿੰਦਰ ਕੌਰ ਜੀ, ਤੁਹਾਡਾ ਸਵਾਗਤ ਹੈ ਕੋਵੈਂਟਰੀ ਤੋਂ। ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਸਾਧ ਹੋਣਾ ਦੇ ਪ੍ਰੋਫੈਸਰ ਰਣਜੀਤ ਹੋਣਾ ਕਰਨਾ ਚ ਬਹੁਤ ਬਹੁਤ ਨਮਸਕਾਰ ਕਰਨਾ ਚਾਹੁੰਦੀ। ਧੰਨਵਾਦ ਜੀ। ਫਿਰ ਮੈਂ ਕਹਿਣਾ ਚਾਹੁੰਦੀ ਕਿ ਮੈਂ ਵੀ ਜੀ ਜੋ ਇਹਨਾਂ ਦੇ ਪ੍ਰੋਫੈਸਰ ਮਨੋਜ ਸਿੰਘ ਜਿਹੜੇ ਨਾ ਜਿਨ੍ਹਾਂ ਨੇ ਸੌਂਗ ਸੰਗਰੇਵਾਲ ਉਹਨਾਂ ਤੋਂ ਕੀਰਤਨ ਸਿੱਖਿਆ, ਮੈਂ ਵੀ ਉਹਨਾਂ ਤੋਂ ਕੀਰਤਨ ਸਿੱਖ ਕੇ ਨਾ ਜੀ ਗੁਰਦੁਆਰੇ ਰਾਮਗੜ੍ਹੀਆ ਗੁਰਦੁਆਰੇ ਕੋਵੈਂਟਰੀ ਵਿੱਚ ਸਿਖਾਉਂਦੀ ਸੀ। ਪਰ ਮੈਂ ਵੀ ਇਹ ਸਾਂਝੀ ਮਸਲੇ ਵਿੱਚ ਆਪਣਾ ਥੋੜੇ ਬਚਨ ਐਡ ਕਰਨਾ ਚਾਹੁੰਦੀ, ਕਿਉਂਕਿ ਗੁਰਦੁਆਰਿਆਂ 'ਚ ਨਾ ਕੀਰਤਨ ਦੀ ਕਦਰ ਨਹੀਂ ਕੋਈ ਕਰਦਾ ਜੀ। ਕੋਈ ਵੀ ਕੀਰਤਨ ਸਿਖਾਉਣ ਵਾਲਿਆਂ ਦੀ ਕੋਈ ਕਦਰ ਨਹੀਂ ਅੱਜ ਕੱਲ੍ਹ, ਕਿਉਂਕਿ ਇਸੇ ਕਰਕੇ ਨਿਆਣੇ ਨਾ ਮਿਊਜ਼ਿਕ ਵੱਲ, ਗਾਣਿਆਂ ਵੱਲ ਦੌੜੇ ਜਾਂਦੇ ਆ। ਜੇ ਤੁਸੀਂ ਕਹੋ ਗੁਰਦੁਆਰਿਆਂ 'ਚ ਕਿਸੇ ਨੂੰ ਕੀਰਤਨ ਸਿਖਾਉਣ ਦਾ ਟਾਈਮ ਦਿਓ ਤੇ ਆ ਜਾਓ ਜੀ ਆ ਜਾਓ, ਤਾਂ ਕਹਿੰਦੇ ਪੈਸਿਆਂ ਦੀ ਕੋਈ ਗੱਲਬਾਤ ਨਹੀਂ, ਜਾਂ ਆਜੋ ਤੁਸੀਂ ਸਿਖਾਓ, ਕੋਈ ਕਦਰ ਨਹੀਂ ਕਿਸੇ ਦੀ, ਕੀਰਤਨ ਸਿਖਾਉਣ ਵਾਲੇ ਦੀ ਕੋਈ ਕਦਰ ਨਹੀਂ। ਬਾਕੀ ਫਿਰ ਜਿੱਥੇ ਜਦੋਂ ਕਦੇ ਕੀਰਤਨ ਕਰਨਾ ਗੁਰਦੁਆਰੇ 'ਚ ਆ ਜਾਓ ਜੀ 5 ਮਿੰਟ ਬਸ, ਜਿਹੜੀ ਗੋਲਕਾਂ ਗਿਣਨ ਨੂੰ 1 ਵਜੇ ਬਹਿ ਜਾਂਦੇ, 4 ਵਜੇ ਤਾਈਂ ਗਿਣਦੇ ਰਹਿਣ, ਤੇ ਬਸ ਕੀਰਤਨ ਕਰਨ ਵਾਲੇ ਦੀ, ਸਿਖਾਉਣ ਵਾਲਿਆਂ ਦੀ ਕੋਈ ਕਦਰ ਨਹੀਂ ਕਿਸੇ ਗੁਰਦੁਆਰੇ 'ਚ। ਇਹ ਸਾਂਝੀ ਮਸਲਿਆਂ ਵਿੱਚ ਤੁਸੀਂ ਹਨਾ ਗੁਰਦੁਆਰਿਆਂ ਦਾ ਸੁਧਾਰ ਜੇ ਕਰਨਾ ਚਾਹੀਦਾ ਇਹਨਾਂ ਨੂੰ। ਜਿਹੜੇ ਕਮੇਟੀਆਂ ਨਾ ਉਹ ਬਸ ਆਪਣੇ ਇਹਨਾਂ ਨੇ ਗੁਰਦੁਆਰੇ ਸਾਰੇ ਥਾਂ ਤੇ ਬਿਜ਼ਨਸ ਤੋਰੇ ਹੋਏ ਆ। ਭੈਣ ਜੀ ਤੁਹਾਡੀ ਵਾਲੇ ਦੀ ਕਦਰ ਨਾ ਕਰਨ ਵਾਲੇ ਦੀ, ਇਹ ਸੁਧਾਰ ਜ਼ਰੂਰ ਗੁਰਦੁਆਰਿਆਂ 'ਚ ਹੋਣਾ ਚਾਹੀਦਾ। ਚਲੋ, ਤੁਹਾਡੀ ਜਿਹੜੀ ਆਵਾਜ਼ ਹੈ ਅਕਾਲ ਚੱਲ ਰਹੀ, ਸਾਡੇ ਜਿਹੜੇ ਜਿਤਨੇ ਵੀ ਪ੍ਰਬੰਧਕ ਵੀ ਜ਼ਰੂਰ ਜੇ ਸੁਣਦੇ ਨੇ ਤੇ ਜ਼ਰੂਰ ਇਸ ਪਾਸੇ ਧਿਆਨ ਦੇਣਗੇ ਔਰ ਜ਼ਰੂਰ ਵਿਚਾਰ ਕਰਨਗੇ। ਸਾਨੂੰ ਚਾਹੀਦਾ ਹੈ ਕਿ ਸਾਡਾ ਪ੍ਰੋਗਰਾਮ ਕਰਨ ਦੇ ਜਿਹੜਾ ਸਾਂਝੇ ਮਸਲੇ ਦਾ ਮਕਸਦ ਹੀ ਇਹੀ ਹੈ ਕਿ ਅਸੀਂ ਥੋੜ੍ਹੀ ਅਵੇਅਰਨੈਸ ਲਿਆ ਸਕੀਏ, ਆਪਣਾ ਪਿਛੋਕੜ ਦੱਸ ਸਕੀਏ ਕਿ ਸਾਡੀ ਪਹਿਲਾਂ ਪੁਰਾਤਨਤਾ ਕੀ ਸੀ, ਅਸੀਂ ਹੁਣ ਕਿੱਥੇ ਖੜੇ ਹਾਂ, ਜਾਂ ਅੱਗੋਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਪਨੀਰੀ, ਉਹਨਾਂ ਨੂੰ ਕੀ ਅਸੀਂ ਸੇਧ ਦੇ ਰਹੇ ਹਾਂ, ਜਾਂ ਉਹਨਾਂ ਨੂੰ ਕੀ ਮੈਸੇਜ ਜਾ ਰਿਹਾ। ਸਾਡੀ ਕੋਸ਼ਿਸ਼ ਇਹੀ ਹੈਗੀ ਹੈ ਤੁਹਾਡੇ ਅੱਜ ਆ ਕੇ ਤੁਸੀਂ ਸਾਡੇ ਅੱਜ ਪ੍ਰੋਗਰਾਮ ਦਾ ਹਿੱਸਾ ਬਣੇ ਹੋ। ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਸਵਾਗਤ ਕਰਦਾ ਹਾਂ ਤੇ ਇਸ ਤਰ੍ਹਾਂ ਹੀ ਆਉਂਦੇ ਰਹਿਣਾ, ਆਪਣੀਆਂ ਵਿਚਾਰਾਂ ਦਿੰਦੇ ਰਹਿਣਾ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਵਿਚਾਰਾਂ ਉਹਨਾਂ ਦੀਆਂ ਆਪਣੀਆਂ ਸੀ। ਸੋ ਆਪਾਂ ਗੱਲ ਕਰ ਰਹੇ ਸੀ ਕਿ ਜਿਸ ਤਰ੍ਹਾਂ ਕਿ ਟਕਸਾਲ ਵਿੱਚ ਤੁਸੀਂ ਦੱਸਿਆ ਕਿ ਚੌਂਕੀਆਂ ਲੱਗਦੀਆਂ ਸੀਗੀਆਂ ਤੇ ਜੱਥਾ ਵੀ ਤੁਸੀਂ ਦੱਸਦੇ ਹੋ ਕਿ 4 ਦਾ ਜੱਥਾ ਹੁੰਦਾ, ਤੇ ਆ ਹੁਣ ਪਹਿਲਾਂ ਵਿੱਚ 3 ਦਾ ਹੋ ਗਿਆ ਸੀਗਾ ਦਰਬਾਰ ਸਾਹਿਬ। ਹੁਣ ਫਿਰ ਰੀਸੈਂਟਲੀ ਮੱਕੜ ਸਾਹਿਬ ਜਦੋਂ ਆਏ ਨੇ ਤੇ ਉਹਨਾਂ ਨੇ 4 ਦਾ ਜੱਥਾ ਫਿਰ ਕਾਇਮ ਕਰ ਦਿੱਤਾ ਕਿ ਵੀ ਘੱਟ ਤੋਂ ਘੱਟ ਜੋ ਚੌਂਕੀ ਸਾਡੀ ਸੀਗੀ 4 ਦੀ ਸੀ, ਉਹਨੂੰ ਪਰੰਪਰਾ ਜਿਹੜੀ ਉਹਨੂੰ ਕਾਇਮ ਰੱਖੀ ਜਾਵੇ। ਦੇਖੋ, ਪਰੰਪਰਾ ਨੂੰ ਕਾਇਮ ਰੱਖਣ ਲਈ ਡਾਕਟਰ ਗੁਰਨਾਮ ਸਿੰਘ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਜੀ। ਮੈਂ ਕਿਹਾ ਤੁਸੀਂ ਇਹ ਸਾਜ਼ ਵਜਾਉਣ ਵਾਸਤੇ ਤਾਂ ਲਾਗੂ ਕਰਤੇ, ਮਗਰ ਸਾਜ਼ ਵਜਾਉਣ ਵਾਲੇ ਜਿਹੜੇ ਪੈਦਾ ਕਰਨ ਵਾਲੇ ਤੁਸੀਂ ਕਿਹੜੇ ਪੈਦਾ ਕੀਤੇ? ਅਸੀਂ ਹੁਣ ਦੇਖਦੇ ਹਾਂ ਜਿਹੜੇ ਕੰਨਾਂ ਵਾਲੇ ਲੋਕ ਨੇ ਉਹ ਸੁਣਦੇ ਆ ਕਿ ਦਿਲਰਬਾ ਅਗਰ ਵੱਜ ਰਿਹਾ ਤਾਂ ਦਿਲਰਬਾ ਆਪਣੀ ਥਾਂ ਤੇ ਵੱਜ ਰਿਹਾ, ਗਾਣੇ ਵਾਲਾ ਕਿਤੇ ਹੋਰ ਗਾ ਰਿਹਾ, ਹੋਰ ਗਾ ਰਿਹਾ, ਕਿਤੇ ਹੋਰ ਗਾ ਰਿਹਾ। ਉਸ ਅੱਜ ਕਈਆਂ ਤਾਂ ਮੇਰਾ ਖਿਆਲ ਹੋ ਸਕਦਾ ਇਹ ਵੀ ਨਾ ਪਤਾ ਹੋਵੇ ਕਿ ਜਿਹੜੇ ਦਰਬਾਰ ਸਾਹਿਬ ਕੀਰਤਨ ਕਰਦੇ ਨੇ ਤੇ ਨਾਲ ਜਿਹੜਾ ਬੈਠਾ ਆ ਉਹ ਸਾਜ਼ ਕੀ ਵਜਾ ਰਿਹਾ, ਨਾਵਾਂ ਦਾ ਹੀ ਨਹੀਂ ਪਤਾ, ਨਾਵਾਂ ਦਾ ਵੀ ਨਹੀਂ ਪਤਾ ਹੋਣਾ। ਔਰ ਆਪਣੇ ਥੋੜਾ ਜਿਹਾ ਦੱਸਿਓ, ਪੰਚਮ ਪਾਤਸ਼ਾਹ ਨੇ ਆਪ ਵੀ ਕੀਰਤਨ ਕੀਤਾ। ਪੰਚਮ ਪਾਤਸ਼ਾਹ ਆਪ ਸਰੰਦੇ ਨਾਲ ਕੀਰਤਨ ਕਰਦੇ ਸੀ। ਸਰੰਦਾ ਤੇ ਹੁਣ ਤਾਂ ਮੈਂ ਕਿਹਾ ਇੱਕ ਸੁਣਨ ਦਾ ਹੀ ਰਹਿ ਗਿਆ ਸਰੰਦਾ। ਨਾਲੇ ਗੱਲ ਪਤਾ ਕੀ ਹੈ ਜੀ, ਉਸ ਵੇਲੇ ਦਾ ਸੰਗੀਤ ਸੀ ਸੁਰਿੰਦਰ ਸਿੰਘ ਜੀ, ਉਸ ਵੇਲੇ ਦਾ ਸੰਗੀਤ ਗੰਭੀਰ ਪ੍ਰਕਿਰਤੀ ਦਾ ਸੀ ਜੀ। ਸਰੰਦਾ ਜਿਹੜਾ ਨਾ ਇੱਕ ਗੰਭੀਰ ਲੈਂਗੁਏਜ ਨੂੰ ਅਪੀਲ ਕਰਦਾ ਹੈ। ਆਹਿਸਤਾ ਆਹਿਸਤਾ ਜਿਉਂ ਸਮਾਂ ਆਇਆ, ਧੁਨਾਂ ਦਾ, ਅਲਾਪ ਦਾ ਜਿਹੜਾ ਖਿੱਤਾ ਸੀ ਉਹ ਬਦਲਦਾ ਗਿਆ। ਤੁਸੀਂ ਬਹੁਤ ਡੀਪ ਗੱਲ ਕੀਤੀ, ਤੁਸੀਂ ਗੰਭੀਰਤਾ ਦੀ ਗੱਲ ਕਰ ਰਹੇ ਹੋ। ਅੱਜ ਕੱਲ੍ਹ ਦਾ ਜਿਹੜਾ ਖਿਮਾ ਕਰਿਓ, ਮੈਂ ਮਾਫ ਕਰਨਾ, ਅੱਜ ਕੱਲ੍ਹ ਦਾ ਜਿਹੜਾ ਕੀਰਤਨ ਹੈਗਾ ਇਹ ਚੰਚਲਤਾ ਹੀ ਕਿਉਂ ਕਰ ਦਿੱਤਾ ਗਿਆ?
ਇਸੇ ਲਈ ਸਾਨੂੰ ਇਹ ਥੋੜੇ ਸਮੇਂ ਲਈ ਅਸੀਂ ਕੰਨ ਰੱਸੀ ਹੋ ਗਈ ਹੈ। ਅਸੀਂ ਥੋੜੇ ਸਮੇਂ ਲਈ ਸ਼ਬਦ ਦੀ ਪੰਕਤੀ ਨੂੰ ਸੁਣ ਕੇ ਅਸੀਂ ਝੂਮ ਜਾਂਦੇ ਹਾਂ, ਊਬ ਜਾਂਦੇ ਹਾਂ, ਮਗਰ ਉਹ ਝੂਮਣਾ ਊਬ ਜਾਂਦਾ ਸਿਰਫ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਤੱਕ ਹੀ ਸੀਮਿਤ ਹੈ। ਕਈਆਂ ਦਾ ਤਾਂ ਅੰਦਰ ਤੱਕ ਹੀ ਵੀ ਸੀਮਿਤ ਨਹੀਂ ਰਹਿੰਦਾ, ਬਾਹਰ ਆ ਕੇ ਉਹ ਬਾਣੀ ਦੀ ਪੰਕਤੀ ਸਾਡੇ ਤੇ ਅਸਰ ਨਹੀਂ ਕਰਦੀ। ਉਹ ਗੰਭੀਰ ਸਾਜ਼ ਭੁੱਲ ਜਾਈਦਾ ਕਿ ਸ਼ਬਦ ਕਿਹੜਾ ਪੜਿਆ, ਹੋਰ ਬਾਕੀ ਗੱਲਾਂ ਯਾਦ ਨਹੀਂ, ਸ਼ਬਦ ਨਹੀਂ ਯਾਦ ਰਹਿੰਦਾ। ਤੇ ਉਹਦੇ ਨਾਲ ਕੀ ਸੀ, ਧੁਨਾਂ ਗਾਈਆਂ ਜਾਂਦੀਆਂ ਸੀ, ਕਿਉਂਕਿ ਇਹਦੀ ਸ਼ੇਪ ਡੱਡੂ ਦੀ ਸ਼ੇਪ ਹੈ ਜੀ, ਡੱਡੂ ਦੀ ਸ਼ੇਪ ਹੈ, ਗੰਭੀਰ ਸ਼ੇਪ ਹੈ ਸਰੰਦੇ ਦੀ। ਤੇ ਉਹ ਸਰੰਦੇ ਨਾਲ ਮੇਰੇ ਬਜ਼ੁਰਗ ਪਿਤਾ ਜੀ ਮੇਰੇ ਬਾਬਾ ਹਰਮੋਹਨ ਸਿੰਘ ਜੀ ਵੀ ਸਰੰਦੇ ਨਾਲ ਜਿੰਨੇ ਦੋਧਰ ਦੀ ਟਕਸਾਲ ਤੋਂ ਰਾਗੀ ਸਿੰਘ ਭਾਈ ਜਸਵੰਤ ਸਿੰਘ ਕਲਾਰ, ਸ਼ੇਰ ਸਿੰਘ ਜੀ ਕੋਕਰੀ, ਲక్ష్మణ ਸਿੰਘ ਨਰਵ, ਮੰਤ ਗੱਜਾ ਸਿੰਘ, ਇਹ ਸਾਰੇ ਜਿੰਨੇ ਟੌਪ ਦੇ ਕੀਰਤਨੀਏ ਹੋ ਚੁੱਕੇ ਨੇ ਸਾਡੇ ਸੰਗੀਤ ਸੰਸਾਰ ਜਗਤ ਦੇ ਵਿੱਚ, ਉਹ ਸਾਰੇ ਦੇ ਸਾਰੇ ਹੀ ਟਕਸਾਲ ਤੋਂ ਬਾਕਾਇਦਗੀ ਨਾਲ ਸਿੱਖ ਕੇ ਆਏ ਤੇ ਉਹਨਾਂ ਨੂੰ ਪਤਾ ਸੀ ਕਿਵੇਂ ਕੀਰਤਨ ਹੁੰਦਾ, ਕਿਹੜਾ ਕੀਰਤਨ ਕਿਵੇਂ ਹੋਣਾ, ਕਿਹਦੀ ਟੇਕ ਕਿਹੜੀ ਰੱਖਣੀ। ਹੁਣ ਤਾਂ ਅਸੀਂ ਆਪ ਜਿਆਦਾ ਸਿਆਣੇ ਹੋ ਗਏ, ਜਦ ਗੁਰੂ ਸਾਹਿਬ ਨੇ ਇੰਨੀ ਗੱਲ ਕਹਿ ਦਿੱਤੀ ਹੈ ਵੀ ਰਹਾਓ ਤੋਂ ਸਾਡਾ ਮੁੱਖ ਸਟਾਰਟ ਹੈਗਾ। ਤੁਸੀਂ ਪਹਿਲਾਂ ਇਹ ਰਹਾਓ ਦੀ ਗੱਲ ਕੀਤੀ ਹੈ, ਮੈਂ ਵੈਸੇ ਤੁਸੀਂ ਆਪਣੀ ਥੋੜੇ ਦਿਨ ਹੋ ਗਏ ਮੈਂ ਤੁਹਾਡੇ ਤੋਂ, ਤੁਸੀਂ ਮੈਨੂੰ ਬੜੇ ਪਿਆਰ ਨਾਲ ਸਮਝਾਇਆ ਰਹਾਓ ਦੀ ਗੱਲ, ਤੇ ਮੈਂ ਚਾਹੁੰਦਾ ਕਿ ਇਹ ਗੱਲ ਜਿਹੜੀ ਨਾ ਤੁਸੀਂ ਬਾਕੀ ਸੰਗਤਾਂ ਤੇ ਪਹੁੰਚ, ਰਹਾਓ ਦਾ ਮਤਲਬ ਕਿ ਕਈ ਰਾਹੋਂ ਨੂੰ ਠਹਿਰਾਓ ਕਹਿੰਦੇ ਨੇ, ਇੱਥੇ ਠਹਿਰਨਾ ਚਾਹੀਦਾ। ਜਦੋਂ ਕੋਈ ਸ਼ਬਦ ਲੈਂਦੇ ਆਪਾਂ ਉਹਦੇ ਰਾਹੋ ਜ਼ਰੂਰ ਪੌਜ਼ ਆ ਜਾਂਦਾ, ਪੌਜ਼ ਲਿਖਿਆ, ਟਿਕਾਓ ਆ ਜਾਂਦਾ, ਠਹਿਰਾਓ ਆ ਜਾਂਦਾ। ਅਸਲੀ ਮੈਂ ਤੁਸੀਂ ਜਿਹੜਾ ਮੈਨੂੰ ਦੱਸਿਆ ਉਹਦੇ ਚ ਲੌਜਿਕ ਵੀ ਮੈਨੂੰ ਲੱਗਾ, ਹੋ ਸਕਦਾ ਜਿਹੜੇ ਬਾਕੀ ਵੀ ਹੈਗੇ ਉਹਨਾਂ ਨੂੰ ਵੀ ਇਸ ਚੀਜ਼ ਦਾ ਗਿਆਨ ਹੋ ਸਕੇ। ਦੇਖੋ, ਗਿਆਨ ਕਰਾਉਣ ਦੀ ਗੱਲ ਇਹ ਹੈ ਕਿ ਮੈਂ ਜੋ ਸਮਝਿਆ ਇਹ ਪ੍ਰਭਾਸ਼ਿਕ ਸ਼ਬਦ ਹੈ, ਹਰ ਇੱਕ ਭਾਸ਼ਾ ਦੇ ਪ੍ਰਭਾਸ਼ਿਕ ਸ਼ਬਦ ਹੁੰਦੇ ਨੇ ਅਲੱਗ, ਜਿਨ੍ਹਾਂ ਤੋਂ ਭਾਸ਼ਾ ਬਣਦੀ ਹੈ, ਜਿਹੜੇ ਭਾਸ਼ਾ ਵਿੱਚ ਆਮ ਤੌਰ ਤੇ ਕੰਮ ਆਉਂਦੇ ਆ, ਲੈਂਗੁਏਜ ਕੰਮ ਆਉਂਦੇ ਆ। ਹਰ ਭਾਸ਼ਾ ਦੇ ਵਿੱਚ ਹਰ ਭਾਸ਼ਾ ਦਾ ਇੱਕ ਪ੍ਰਭਾਸ਼ਿਕ ਸ਼ਬਦ ਹੈ। ਰਹਾਓ ਜਿਹੜਾ ਹੈ ਸੰਗੀਤਕ ਭਾਸ਼ਾ ਦਾ ਪ੍ਰਭਾਸ਼ਿਕ ਸ਼ਬਦ ਹੈ। ਇਹ ਠਹਿਰਾਓ, ਟਿਕਾਓ ਜਾਂ ਪੌਜ਼ ਨਾਲ ਸੰਬੰਧਿਤ ਨਹੀਂ ਹੈ। ਇਹ ਪੌਜ਼ ਦਾ ਮਤਲਬ, ਟਿਕਾਓ ਦਾ, ਠਹਿਰਾਓ ਦਾ ਮਤਲਬ ਆਹ ਪੰਕਤੀ ਪੜ੍ਹਨ ਤੋਂ ਬਾਅਦ, ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੇਂ ਮੇਰੇ ਮਨਾ, ਅੱਗੇ ਰਹਾਓ ਆ ਗਿਆ ਤੇ ਅਸੀਂ ਉੱਥੇ ਖੜ ਜਾਈਏ, ਅਸੀਂ ਉੱਥੇ ਟਿਕ ਜਾਈਏ। ਉਸ ਪੰਕਤੀ ਦਾ ਅਰਥ ਅਸੀਂ ਸਮਝ ਲਿਆ, ਉਹ ਅਰਥ ਵਾਸਤੇ ਹੈ, ਸਮਝ ਲਿਆ। ਮਗਰ ਜਦੋਂ ਅਸੀਂ ਗਾਣ ਵਿੱਚ ਆਉਂਦੇ ਹਾਂ ਨਾ, ਅਸੀਂ ਉਸ ਪੰਕਤੀ ਨੂੰ, ਰਹਾਓ ਵਾਲੀ ਪੰਕਤੀ ਨੂੰ ਬਾਰ-ਬਾਰ ਰਿਪੀਟ ਕਰਦੇ ਹਾਂ, ਰਹਾਓ ਨੂੰ ਬਾਰ-ਬਾਰ ਰਿਪੀਟ ਕਰਦੇ ਹਾਂ। ਤੇ ਜਿਹੜੀਆਂ ਬਾਕੀ ਦੀਆਂ ਪੰਕਤੀਆਂ ਸਾਡੀਆਂ ਹੁੰਦੀਆਂ ਨੇ, ਉਹ ਪੰਕਤੀਆਂ ਸਾਡੀਆਂ ਅੰਤਰੇ ਚ ਆਉਂਦੀਆਂ ਨੇ। ਅੰਤਰਾ ਉਹਦੀ ਪ੍ਰਪੋਜ਼ ਹੈ। ਰਹਾਓ ਜਿਹੜੀ ਤੁਕ ਹੈ ਉਹਨੂੰ ਆਪਾਂ ਲੈਂਦੇ ਹਾਂ ਅਸਥਾਈ, ਤੇ ਅਸਥਾਈ ਦਾ ਮਤਲਬ ਹੈਗਾ ਕਿ ਉਹਨੂੰ ਬਾਰ-ਬਾਰ ਰਿਪੀਟ ਕਰਨਾ। ਅੰਤਰਾ ਜਿਹੜਾ ਹੈਗਾ ਉਹਦਾ ਉਲੇਖ ਹੈ, ਅੰਤਰਾ ਉਹਦਾ ਜਵਾਬ ਹੈ, ਅੰਤਰਾ ਉਹਦਾ ਮੁੱਖ ਭਾਵ ਹੈ, ਅੰਤਰਾ ਉਹਨੂੰ ਰਿਪੀਟ ਕਰਦਾ, ਅੰਤਰਾ ਉਹਨੂੰ ਕਲੀਅਰ ਕਰਦਾ। ਸੋ ਐਸਾ ਹਰ ਧਿਆਈਏ ਨੂੰ, ਜੇ ਸੋ ਐਸਾ ਹਰ ਧਿਆਈਏ ਕਰੇਗਾ ਤਾਂ ਇੱਛਾ ਪੂਰਕ ਹੋਣਗੀਆਂ। ਅੱਗੋਂ ਨਾਲ ਜਵਾਬ ਮਿਲੀ ਜਾ ਰਿਹਾ, ਉਹ ਜਵਾਬ ਮਿਲੀ ਜਾ ਰਿਹਾ ਪੰਕਤੀਆਂ, ਅੱਗੋਂ ਕੀ ਕਰਨਾ ਚਾਹੀਦਾ, ਅੱਗੋਂ ਕੀ ਕਰਨਾ। ਜਿੱਥੋਂ ਰਹਾਓ ਦਾ ਮੈਨੂੰ ਗਿਆਨ ਹੈ, ਮੈਂ ਆਪਣੇ ਬਜ਼ੁਰਗਾਂ ਤੋਂ, ਅਸੀਂ ਪਿੰਡ ਵਿੱਚ ਰਹਿੰਦੇ ਸੀ, ਸੱਥ ਵਿੱਚ ਜਾਂਦੇ ਸੀਗੇ, ਸੱਥ ਵਿੱਚ ਉਹਨਾਂ ਨੇ ਬੈਠੇ ਹੋਣਾ ਤੇ ਕਿਸੇ ਨੇ ਹੀਰ ਦਾ ਕਿੱਸਾ ਪੜ੍ਹਨਾ, ਰਾਂਝੇ ਦਾ ਕਿੱਸਾ ਪੜ੍ਹਨਾ, ਉਹਦਾ ਸੱਸੀ ਪੁੰਨੂ ਦਾ ਕਿੱਸਾ ਪੜ੍ਹਨਾ। ਜੇ ਕਿੱਸਾ ਪੜ੍ਹਨਾ ਸੁਣਨਾ ਤੇ ਵਿੱਚੋਂ ਲੋਕਾਂ ਨੇ ਕਹਿਣਾ, ਉਹ ਪੜ੍ਹਨਾ ਭਾਈ, ਇਹ ਪੜ੍ਹਨਾ, ਇਹਨੂੰ ਰਹਾ ਕੇ ਕਹਿ, ਰਹਾ ਕੇ ਕਹਿ, ਇਹਨੂੰ ਰਹਾ ਦਾ ਮਤਲਬ ਇਹਨੂੰ ਗਾ ਕੇ ਕਹਿ, ਇਸ ਪੰਕਤੀ ਨੂੰ ਗਾ ਕੇ ਕਹਿ, ਰਹਾ ਕੇ ਕਹਿ। ਇਹ ਰਹਾਓ ਹੈ, ਰਹਾਓ ਦੀ ਪੰਕਤੀ ਨੂੰ ਬਾਰ-ਬਾਰ ਰਿਪੀਟ ਕਰਨਾ। ਰਹਾਓ ਪ੍ਰਭਾਸ਼ਿਕ ਸ਼ਬਦ ਹੈ ਸੰਗੀਤ ਦਾ। ਤੇ ਇੱਥੇ ਕਿਉਂਕਿ ਜਿੰਨੇ ਸਾਡੇ ਕਥਾਵਾਚਕ ਵਿਦਵਾਨ ਲੋਕ ਜਿਨ੍ਹਾਂ ਨੇ ਕਿਤਾਬਾਂ ਬੁੱਕਾਂ ਲਿਖੀਆਂ, ਉਹਨਾਂ ਨੇ ਸੰਗੀਤ ਤੇ ਪੜ੍ਹੇ ਨਹੀਂ। ਉਹਨਾਂ ਬਾਕੀ ਦੀਆਂ ਭਾਸ਼ਾ ਨੂੰ ਪੜ੍ਹਨ ਤੋਂ ਬਾਅਦ ਕਿਤਾਬ ਲਿਖਤੀ, ਬੁੱਕ ਲਿਖਤੀ, ਅਰਥ ਲਿਖ ਦਿੱਤੇ, ਮਗਰ ਉਹਨਾਂ ਨੇ ਦੇਖਿਆ ਨਹੀਂ ਵੀ ਇਹਦਾ ਭਾਵ ਅਰਥ ਜਿਹੜਾ, ਇਹਦਾ ਅਸਲੀ ਨਾਮ ਜਿਹੜਾ ਪ੍ਰਭਾਸ਼ਿਕ ਅੰਤਰੀ ਭਾਵ ਜਿਹੜਾ ਇਹਦਾ ਉਹ ਕੀ ਹੈ। ਸੋ ਇਸ ਲਈ ਰਹਾਓ ਜਿਹੜਾ, ਰਹਾਓ ਵਾਲੀ ਪੰਕਤੀ ਨੂੰ ਰਿਪੀਟ ਕਰਨਾ ਹੈ। ਉਹ ਫਿਰ ਅਗਲੇ ਪੰਕਤੀਆਂ ਅੰਤਰੇ ਜਿਹੜੇ ਹੈ ਉਹਨਾਂ ਦਾ ਜਵਾਬ ਆਉਣਗੇ। ਵਾਹ ਜੀ ਵਾਹ, ਤੁਸੀਂ ਬਹੁਤ ਅੱਛੀ ਤਰ੍ਹਾਂ ਖੁਲਾਸਾ ਕੀਤੇ ਨੇ। ਤਾਂ ਮੈਂ ਦੱਸਦਾ ਜਾਵਾਂ ਕਿ ਇਹਨਾਂ ਪਾਸੋਂ ਇਤਨਾ ਕੁਛ ਸਾਨੂੰ ਸਿੱਖਣ ਵਾਸਤੇ ਮਿਲਣਾ। ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਥੋੜ੍ਹੇ ਦਿਨ ਸਾਡੇ ਕੋਲ ਹੋਰ ਨੇ, ਇਹਨਾਂ ਨੇ ਵਾਪਸ ਕੈਲੀਫੋਰਨੀਆ ਚਲੇ ਜਾਣਾ, ਪਰ ਮੈਂ ਕਿਉਂਕਿ ਬਹੁਤ ਕੁਛ ਮੈਂ ਲੈ ਕੇ ਆਇਆ ਸੀਗਾ ਲਿਖ ਕੇ ਕਿ ਵੀ ਇਹਨਾਂ ਤੋਂ ਆਏ ਪੁੱਛਣਾ, ਪਰ ਸਮਾਂ ਵੀ ਆਪਣੀ ਤੇਜ਼ੀ ਚਲ ਜਾਣਾ। ਪਰ ਅਗਲੇ ਹਫ਼ਤੇ ਫਿਰ
ਆਪਾਂ ਇਹਨਾਂ ਨੂੰ ਲੈ ਕੇ ਆਵਾਂਗੇ। ਇਹਨਾਂ ਤੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਆਪਾਂ ਇਹਨਾਂ ਤੋਂ ਲੈਣੀਆਂ ਨੇ, ਸਿੱਖਣੀਆਂ ਨੇ, ਸੁਣਨੀਆਂ ਨੇ, ਪਤਾ ਕਰਨੀਆਂ ਨੇ। ਪਰ ਜਿਹੜੇ ਵੀ ਮੇਰੇ ਵੀਰ ਭੈਣ ਭਾਈ ਜਿਹੜੇ ਅਸੀਂ ਸੁਣ ਰਹੇ ਨੇ, ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਤੁਸੀਂ ਜ਼ਰੂਰ ਆਪਣੇ ਸੱਜਣਾ ਮਿੱਤਰਾਂ ਨੂੰ ਫੋਨ ਕਰਕੇ ਜ਼ਰੂਰ ਦੱਸੋ, ਤਾਂ ਕਿ ਇਹ ਜਿਹੜੀ ਕੰਮ ਦੀਆਂ ਗੱਲਾਂ ਨੇ ਜੋ ਇਹ ਦੱਸ ਰਹੇ ਨੇ, ਇਹ ਸਾਡੇ ਵਿਰਸੇ ਵਾਸਤੇ ਕਿਤਨੀਆਂ ਜ਼ਰੂਰੀ ਨੇ, ਸਾਡੇ ਬੱਚਿਆਂ ਲਈ ਕਿਤਨੀਆਂ ਜ਼ਰੂਰੀਆਂ ਨੇ। ਕਿਉਂਕਿ ਜੇ ਤੁਸੀਂ ਗੁਰਮਤਿ ਦੇ ਸੰਗੀਤ ਨਾਲ ਸੰਬੰਧ ਰੱਖਦੇ ਹੋ, ਜੇ ਗੁਰੂ ਕੀ ਬਾਣੀ ਨਾਲ ਸੰਬੰਧ ਰੱਖਦੇ ਹੋ, ਜੇ ਗੁਰੂ ਦੀ ਵਿਚਾਰ ਨਾਲ ਸੰਬੰਧ ਰੱਖਦੇ ਹੋ, ਤਾਂ ਇਹ ਵੀ ਚੀਜ਼ਾਂ ਇਹ ਤੁਹਾਨੂੰ ਸੁਣਨੀਆਂ ਚਾਹੀਦੀਆਂ, ਕਿ ਸੁਣ ਕੇ ਵੀ ਬਹੁਤ ਕੁਝ ਸਾਨੂੰ ਹਾਸਲ ਹੁੰਦਾ। ਸੋ ਗੱਲ ਆਪਾਂ ਕਰ ਰਹੇ ਸੀਗੇ ਆਪਣੇ ਦਰਬਾਰ ਸਾਹਿਬ ਵਿੱਚ ਜਿਹੜੀਆਂ 5 ਆਪਣੇ ਚੱਲਦੀਆਂ ਹਾਂ ਚੌਂਕੀਆਂ ਹੁੰਦੀਆਂ ਸਨ, ਚੌਂਕੀਆਂ, ਤੇ ਉਸ ਤੋਂ ਆਪਾਂ ਅੱਗੇ ਦੀ ਗੱਲ ਕਰਦੀ ਹੈ ਕਿ ਉਸ ਵੇਲੇ ਕਿਹੜੇ ਸਾਡੇ ਜਿਹੜੇ ਜਥੇ ਕੀਰਤਨ ਕਰਕੇ ਜਿਹਨਾਂ ਬੜਾ ਨਾਮ ਹੋਇਆ, ਔਰ ਉਹਨਾਂ ਤੋਂ ਬਹੁਤ ਕੁਝ ਸੰਗਤਾਂ ਨੇ ਹਾਸਲ ਕੀਤਾ, ਔਰ ਬੜੀ ਉਹਨਾਂ ਦੇ ਗੁਰੂ ਦੀ ਕਿਰਪਾ ਸੀ। ਔਰ ਜਦੋਂ ਕੀਰਤਨ ਕਰਦੇ ਸੀ ਤੇ ਵਾਕਈ ਕਹਿੰਦੇ ਜਿਹਦੇ ਅੰਮ੍ਰਿਤ ਮੈਂ ਕਹਿੰਦਾ ਵਰਖ ਰਿਹਾ ਸੀ। ਮੈਂ ਪੜ੍ਹਿਆ ਬਾਬਾ ਸੁੰਦਰ ਸਿੰਘ ਜੀ ਕੀਰਤਨ ਕਰਕੇ ਜੀ ਜੀ ਨਿਤਨੇਮ ਤੋਂ ਬਾਅਦ ਆਪ ਕੀਰਤਨ ਕਰਕੇ ਆਨੰਦ ਲੈ ਕੇ ਜਦੋਂ ਆਉਂਦੇ ਸਨ ਨਾ, ਤੇ ਉਹਦੇ 'ਚ ਇੱਕ ਵਾਕਿਆ ਆਉਂਦਾ, ਜੀ ਕਿਸੇ ਮਾਤਾ ਦਾ ਬੱਚਾ ਜਿਹੜਾ ਸੀ ਨਾ ਬਹੁਤ ਬਿਮਾਰ, ਠੀਕ ਨਹੀਂ ਸੀ ਹੋ ਰਿਹਾ, ਸਾਰੀ ਰਾਤ ਦਿਨ ਰਾਤ ਰੋਂਦਾ ਕਲਪਦਾ ਰਹਿੰਦਾ ਸੀ। ਕਿਸੇ ਨੇ ਦੱਸ ਪਾਈ, ਕਹਿਣ ਲੱਗਾ ਬੀਬੀ ਅਗਰ ਆਪਣੇ ਬੱਚੇ ਨੂੰ ਤੂੰ ਠੀਕ ਠਾਕ ਰੱਖਣਾ ਚਾਹੁੰਦੀ ਹੈ, ਬੱਚਾ ਜਿਉਂਦਾ ਰੱਖਣਾ ਚਾਹੁੰਦੀ ਹੈ, ਬੱਚਾ ਖੁਸ਼ਹਾਲ ਰੱਖਣਾ ਚਾਹੁੰਦੀ, ਤੇ ਇੱਕ ਕੰਮ ਕਰ। ਕਹਿੰਦਾ ਦੱਸ ਵੀਰਾ। ਉਹ ਕਹਿੰਦੀ ਹੈ ਕਿ ਬਾਬਾ ਸੁੰਦਰ ਸਿੰਘ ਜਦੋਂ ਕੀਰਤਨ ਕਰਕੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਤੋਂ ਨਿਕਲਣਗੇ ਨਾ, ਆਣਗੇ, ਤੇ ਉਹ ਜਿੰਨਾ ਘਰ ਨੂੰ ਜਾਣ ਵਾਲੀਆਂ ਪੌੜੀਆਂ ਤੇ ਉਹਨਾਂ ਨੂੰ ਪੌੜੀਆਂ ਤੇ ਪਾ ਦੇਈ ਬੱਚੇ ਨੂੰ। ਓ ਹੋ ਕਿਆ ਬਾਤ। ਉਹਨਾਂ ਪੌੜੀਆਂ ਤੇ ਬੱਚੇ ਨੂੰ ਪਾ ਦੇਈ। ਤੇ ਮੈਂ ਤੁਹਾਡੀ ਗੱਲ ਥੋੜੀ ਜਿਹੀ ਰੁਕਣੀ ਪੈਣੀ ਹੈ, ਤੇ ਫੋਨ ਕਾਲ ਆ ਗਈ ਹੈ, ਤੇ ਪਹਿਲਾਂ ਆਪਾਂ ਫੋਨ ਕਾਲ ਲੈ ਲਈਏ, ਤੇ ਫਿਰ ਇਸੀ ਤੁਹਾਡੀ ਜਿਹੜੀ ਵਿਚਾਰ ਨੂੰ ਆਪਾਂ ਜਾਰੀ ਰੱਖਾਂਗੇ। ਸਵਾਗਤ ਕਰਾਂਗੇ ਇਹ ਕਾਲ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ। ਹੈਲੋ ਹੈਲੋ, ਲਾਈਨ ਮੈਨੂੰ ਲੱਗਦਾ ਡ੍ਰੌਪ ਆਫ ਹੋ ਗਈ ਹੈ, ਤੇ ਆਪਾਂ ਉਸੇ ਜਾਰੀ ਰੱਖੀਏ। ਤੇ ਉਸ ਮਾਤਾ ਨੇ ਇਵੇਂ ਕੀਤਾ ਜੀ ਜੀ। ਭਾਈ ਸਾਹਿਬ ਬਾਬਾ ਸੁੰਦਰ ਸਿੰਘ ਜੀ ਜੀ ਕੀਰਤਨ ਕਰਕੇ ਆਏ ਜੀ, ਬੱਚਾ ਉਹ ਰੱਖ ਕੇ ਤੇ ਆਪ ਲੁਕ ਗਏ ਜੀ। ਬੱਚਾ ਕਰੋਲਾਟ ਪਾ ਰਿਹਾ, ਰੋ ਰਿਹਾ, ਜੀ ਜੀ, ਐਸਾ ਰੋ ਰਿਹਾ ਉੱਚੀ ਉੱਚੀ। ਤੇ ਜਿਸ ਵੇਲੇ ਬਾਬਾ ਜੀ ਲੰਘਣ ਲੱਗੇ ਨੇ ਤਾਂ ਉਹਨਾਂ ਨੇ ਦੇਖ ਕੇ ਕਹਿਣ ਲੱਗੇ ਬਈ ਇਹ ਬੱਚਾ ਕਿਹਦਾ, ਕੌਣ ਹੈ ਬੱਚੇ ਦਾ ਮਾਲਕ, ਕੌਣ ਹੈ ਬੱਚਾ, ਕਿਹਦੀ ਮਾਂ ਹੈ, ਕਿਹੜਾ ਬੱਚਾ। ਉਹ ਕਰਦਿਆਂ ਉਹ ਜਦ ਕਿ ਕੋਈ ਨਜ਼ਰ ਨਾ ਆਇਆ, ਉਹਨਾਂ ਨੇ ਆਪਣੀ ਗੋਦ ਵਿੱਚ ਲੈ ਲਿਆ ਆਪਣੇ ਭਾਈ ਸਾਹਿਬ ਸੁੰਦਰ ਸਿੰਘ ਜੀ, ਬਾਬਾ ਸੁੰਦਰ ਸਿੰਘ। ਆ ਜਦੋਂ ਉਹਨਾਂ ਨੇ ਆਪਣੀ ਗੋਦ ਵਿੱਚ ਲੈ ਲਿਆ, ਬੱਚਾ ਚੁੱਪ ਹੋ ਗਿਆ, ਬੱਚਾ ਸ਼ਾਂਤ ਹੋ ਗਿਆ। ਤੇ ਕਿਸੇ ਨੇ ਜਦ ਨਾਂ ਲਿਆ ਤਾਂ ਉਹ ਬੱਚੇ ਨੂੰ ਆਪਣੇ ਨਾਲ ਲੈ ਗਏ, ਗੋਦ ਵਿੱਚ ਘਰੇ ਲੈ ਗਏ ਜਾ ਕੇ। ਜੀ ਜਦ ਘਰੇ ਲੈ ਗਏ, ਬੱਚਾ ਆਹਿਸਤਾ ਫਿਰ ਉਹ ਮਾਤਾ ਨੇ ਜਾ ਕੇ ਜਿਸ ਵੇਲੇ ਦੱਸਿਆ, ਇੱਥੋਂ ਇਹ ਸਾਨੂੰ ਲੱਭਦਾ ਉਸ ਕੀਰਤਨੀਏ ਦੇ ਮੁਖਾਰ ਬਿੰਦ ਚੋਂ ਨਿਕਲੇ ਹੋਏ ਕੀਰਤਨ ਦੀਆਂ ਤਰਾਟਾਂ ਜਿਹੜੀਆਂ ਸੀ ਨਾ, ਉਹ ਕਿਰਨਾਂ ਜਿਹੜੀਆਂ ਸੀ ਨਾ, ਉਹਨਾਂ ਹੱਥਾਂ ਦਾ ਸਪਰਸ਼ ਕਰਨ ਦੇ ਨਾਲ ਹੀ ਉਹ ਬੱਚੇ ਨੂੰ ਚੈਨ ਆ ਗਿਆ। ਇਹ ਇੰਨੀ ਗੁਰੂ ਦੀ ਬਖਸ਼ਿਸ਼, ਬਾਣੀ 'ਚ ਇੰਨਾ ਪ੍ਰਤਾਪ, ਇਹ ਬਾਣੀ 'ਚ ਇੰਨਾ ਪ੍ਰਤਾਪ ਹੈ। ਤੇ ਜੇ ਅਸੀਂ ਵੀ ਇਹਨੇ ਨਿਤਨੇਮੀ ਹੋ ਕੇ, ਹਿਰਦੇ ਰੂਪੀ ਹੋ ਕੇ ਬਾਣੀ ਪੜ੍ਹੀਏ ਜਾਂ ਬਾਣੀ ਗਾਈਏ, ਬਾਣੀ ਦਾ ਧਿਆਨ ਦਈਏ, ਤੇ ਗੁਰੂ ਨੂੰ ਅੰਗ ਸੰਗ ਜਾਣ ਕੇ ਕਰੀਏ, ਤਾਂ ਫਿਰ ਕੋਈ ਐਸੀ ਵਜ੍ਹਾ ਹੀ ਨਹੀਂ ਕਿ ਅਸੀਂ ਕਲਪਨਾ ਵਾਲੇ ਪਾਸੇ ਪੈ ਜਾਈਏ। ਸਾਡਾ ਸਿੱਖ ਜਗਤ ਇਸੇ ਲਈ ਕਲਪਨਾ 'ਚ ਪੈ ਗਿਆ ਕਿ ਅਸੀਂ ਕੀਰਤਨ ਤੋਂ ਬਹੁਤ ਦੂਰ ਚਲੇ ਗਏ, ਕੀਰਤੀ ਤੋਂ ਬਹੁਤ ਦੂਰ ਚਲੇ ਗਏ, ਗੁਰਬਾਣੀ ਦੇ ਕੀਰਤਨ ਤੋਂ ਬਹੁਤ ਦੂਰ ਚਲੇ ਗਏ, ਇਸ ਲਈ ਅਸੀਂ ਦੁੱਖਾਂ ਵਿੱਚ ਪਏ ਹਾਂ, ਦੁੱਖ ਪਾ ਰਹੇ ਹਾਂ। ਪ੍ਰਸਾਦ ਜੀ, ਆਪਾਂ ਇਸ ਲੜੀ ਨੂੰ ਆਪਾਂ ਇੱਦਾਂ ਜਾਰੀ ਰੱਖਾਂਗੇ, ਅਗਲੇ ਹਫਤੇ ਫਿਰ ਇਹਨੂੰ ਗੱਲ ਵਿਚਾਰਾ ਕਰਾਂਗੇ। ਹਾਲੇ ਬਹੁਤ ਕੁਛ ਮੈਂ ਤੁਹਾਡੇ ਹਾਲੇ ਤੱਕ ਸੰਗੀਤ ਪੱਤੀ ਦੀਆਂ ਗੱਲਾਂ ਕਰਨੀਆਂ ਸੀਗੀਆਂ ਕਿ ਸੰਗੀਤ ਪੱਤੀਆਂ ਹੈ, ਗੁਰਮਤਿ ਸੰਗੀਤ ਪੱਤੀ ਕੀ ਹੈਗੀ ਹੈ, ਔਰ ਭਾਈ ਮਰਦਾਨਾ ਜੀ ਦਾ ਵੀ ਆਪਾਂ ਜ਼ਿਕਰ ਕਰਨਾ ਹੈ, ਕਿਉਂਕਿ ਤੁਸੀਂ ਇਸ ਵੇਲੇ ਭਾਈ ਮਰਦਾਨਾ ਇੰਸਟੀਚਿਊਟ ਜੋ ਕਿ ਕੈਲੀਫੋਰਨੀਆ, ਹਜੇ ਆਪਾਂ ਤੁਹਾਨੂੰ ਕੈਲੀਫੋਰਨੀਆ ਵੀ ਲੈ ਕੇ ਚੱਲਾਂਗੇ, ਉੱਥੇ ਇਹਨਾਂ ਦੀ ਕੀ ਗਤੀਵਿਧੀਆਂ ਨੇ, ਉੱਥੇ ਕੀ ਕਰ ਰਹੇ ਨੇ। ਸੋ ਇਹ ਥੋੜ੍ਹਾ ਜਿਹਾ ਆਪਾਂ ਇਹਨਾਂ ਦਾ ਪਿਛੋਕੜ ਥੋੜ੍ਹਾ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਇਹਨੂੰ ਹੋਰ ਅੱਗੇ ਆਪਾਂ ਫਰਦਰ ਲੈ ਕੇ ਚੱਲਾਂਗੇ। ਸੋ ਤੁਸੀਂ ਅਖੀਰ 'ਤੇ ਅੱਜ ਦੇ ਖਾਸ ਤੌਰ 'ਤੇ ਜਿਹੜੇ ਆਪਾਂ ਐਪੀਸੋਡ ਕਰ ਰਹੇ ਹਾਂ, ਇਹਦੇ ਵਿੱਚ ਸਾਡੀਆਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਪਰ ਇਹ ਜਿਹੜੀ ਲੜੀ ਹੈ ਆਪਾਂ ਫਿਰ ਇਸ ਨੂੰ ਜਾਰੀ ਰੱਖਾਂਗੇ। ਅਗਲੇ ਹਫਤੇ ਫਿਰ ਪ੍ਰੈਸ ਸਾਹਿਬ ਰਣਜੀਤ ਸਿੰਘ ਜੀ ਇਸੇ ਸਟੂਡੀਓ 'ਤੇ ਇਸੇ ਟਾਈਮ ਸ਼ਨੀਵਾਰ ਨੂੰ ਫਿਰ ਹਾਜ਼ਰ ਹੋਣਗੇ, ਔਰ ਇਸ ਲੜੀ ਨੂੰ ਫਿਰ ਆਪਾਂ ਅੱਗੇ ਜਾਰੀ ਰੱਖਾਂਗੇ। ਅਤੇ ਹੁਣ ਤੁਸੀਂ ਜਾਣ ਤੋਂ ਪਹਿਲਾਂ ਸਾਡੇ ਸ਼ਰੋਤਿਆਂ ਨੂੰ ਕੀ ਕਹਿਣਾ ਚਾਹੋਗੇ? ਮੈਨੂੰ ਪ੍ਰਸੰਨਤਾ ਹੈ ਕਿ ਗੁਰਮਤਿ ਵਿਚਾਰ ਕੀਰਤਨ ਦੀਆਂ ਗਤੀਵਿਧੀਆਂ ਨਾਲ ਆਪਾਂ ਵਿਚਾਰ ਕੀਤੀ, ਇਹ ਤੁਹਾਡੇ ਉਦਮ ਦਾ ਸਦਕਾ ਹੈ।
ਤੁਹਾਡੇ ਉਦਮ ਦੇ ਸਦਕੇ ਇਹ ਵਿਚਾਰਾਂ ਹੋ ਸਕੀਆਂ, ਨਹੀਂ ਤਾਂ ਵਿਚਾਰਾਂ ਨਹੀਂ। ਜਿਨ੍ਹਾਂ ਨੂੰ ਅੱਛੀਆਂ ਲੱਗੀਆਂ ਉਹਨਾਂ ਦਾ ਵੀ ਭਲਾ, ਜਿਹੜੇ ਇਸ ਗੱਲ ਤੇ ਟੀਕਾ ਟਿੱਪਣੀ ਕਰਨੀ ਚਾਹੁੰਦੇ ਆ ਉਹਨਾਂ ਦਾ ਵੀ ਭਲਾ। ਤੇ ਆਪਾਂ ਬੈਠ ਕੇ ਵੀ ਇਸ ਪੱਖ ਨੂੰ, ਕਿਉਂਕਿ ਇੱਕ ਮਸਲਾ ਹੈ, ਇਹ ਸਾਂਝੇ ਮਸਲੇ ਆ, ਮੇਰਾ ਇਕੱਲੇ ਦਾ ਮਸਲਾ ਨਹੀਂ ਕਿ ਮੈਂ ਕਹਾਂ ਤੇ ਮੇਰੀਆਂ ਗੱਲਾਂ ਹੀ ਕਹੀਆਂ ਪੂਰੀਆਂ ਹੋਣ। ਤੁਸੀਂ ਇਹਨਾਂ ਤੇ ਵਿਚਾਰ ਸਾਂਝੇ ਕਰਕੇ ਕਮੇਟੀਆਂ ਦੇ ਨਾਲ, ਪ੍ਰਬੰਧਕਾਂ ਦੇ ਨਾਲ ਕਰੋ ਤੇ ਅਕਾਲ ਚੈਨਲ ਦੇ ਨਾਲ ਆਪਣਾ ਸੰਪਰਕ ਰੱਖੋ, ਤਾਂ ਕਿ ਇਹ ਤੁਹਾਨੂੰ ਹੋਰ ਇਦੋਂ ਵਧੀਆ ਵਧੀਆ ਵਿਚਾਰਾਂ ਵਾਲੇ ਸਿੱਖ ਸੁਣਾਉਣ ਤੇ ਉਹਨਾਂ ਦਾ ਵਿਚਾਰ, ਉਹਨਾਂ ਦੇ ਵਿਚਾਰ ਲੈਣ। ਹੋਰ ਬਾਕੀ ਕਈ ਗੱਲਾਂ ਹੋ ਜਾਂਦੀਆਂ, ਭੁੱਲਾਂ ਹੋ ਗਈਆਂ ਹੁਣ ਤਾਂ ਉਹਨਾਂ ਤੇ ਖਿਮਾ ਚਾਹੁੰਦੇ ਆ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ। ਇਹ ਸਨ ਸਾਡੇ ਸਤਿਕਾਰਯੋਗ ਪ੍ਰੋਫੈਸਰ ਰਣਜੀਤ ਸਿੰਘ ਜੀ, ਜੋ ਕਿ ਕੈਲੀਫੋਰਨੀਆ ਤੋਂ ਤਾਂ ਪਾਸ ਆਏ ਨੇ, ਔਰ ਇਹਨਾਂ ਨੇ ਬਹੁਤ ਜਲਦੀ ਵਾਪਸ ਚਲੇ ਜਾਣਾ। ਅਗਰ ਇਹਨਾਂ ਨਾਲ ਤੁਸੀਂ ਪਰਸਨਲ ਤੌਰ ਤੇ ਵੀ ਜੇ ਗੱਲਬਾਤ ਕਰਨੀ ਹੈ, ਵਿਚਾਰ ਕਰਨੀ ਹੈ ਜਾਂ ਮੁਲਾਕਾਤ ਕਰਨੀ ਚਾਹੋ, ਤਾਂ ਤੁਸੀਂ ਅਕਾਲ ਚੈਨਲ ਤੋਂ ਤੁਸੀਂ ਨੰਬਰ ਲੈ ਸਕਦੇ ਹੋ, ਔਰ ਉਹ ਤੁਹਾਨੂੰ ਇਹਨਾਂ ਦਾ ਨੰਬਰ ਦੇ ਦੇਣਗੇ, ਔਰ ਤੁਸੀਂ ਇਹਨਾਂ ਨਾਲ ਵੀ ਆਪਣੇ ਵਿਚਾਰ ਸਾਂਝੀ ਕਰ ਸਕਦੇ ਹੋ। ਜੇ ਪਰਸਨਲ ਤੌਰ ਤੇ ਮਿਲਣਾ ਚਾਹੋਗੇ ਤੇ ਇਹਨਾਂ ਨੂੰ ਖੁਸ਼ੀ ਮਹਿਸੂਸ ਹੋਏਗੀ ਕਿ ਤੁਸੀਂ ਆਓ। ਸੋ ਇੱਥੇ ਹੀ ਹੁਣ ਆਪਸ ਅਸੀਂ ਖਿਮਾ ਮੰਗਾਂਗੇ, ਭੁੱਲ ਚੁੱਕ ਦੀ ਖਿਮਾ। ਅਗਲੇ ਹਫਤੇ ਫਿਰ ਇਸ ਵੇਲੇ ਆਪ ਇਸੇ ਟਾਈਮ ਔਰ ਇਸੇ ਹੀ ਦਿਨ ਫਿਰ ਆਪ ਜੀ ਦਰਸ਼ਨ ਕਰਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਦੇਖਦੇ ਰਹਿਣਾ ਅਕਾਲ ਚੈਨਲ। ਆਓ ਸਾਰੇ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।